ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਲక్ష్ਮੀ, ਮੈਂ ਫਰੀਦਕੋਟ ਤੋਂ ਬਿਲੋਂਗ ਕਰਦੀ ਹਾਂ। ਮੇਰੀ ਜਿਹੜੀ ਸਕੂਲਿੰਗ ਹੈ, ਮੇਰਾ ਜਿਹੜਾ ਪਿੰਡ ਹੈਗਾ ਜੀ ਗੁਸਾਈਪੁਰ, ਪਠਾਨਕੋਟ ਡਿਸਟ੍ਰਿਕਟ ਹੈਗਾ ਜੀ। ਅਤੇ ਮੇਰਾ ਉੱਥੋਂ 3-4 ਕਿਲੋਮੀਟਰ 'ਤੇ ਇੱਕ ਪ੍ਰਾਈਵੇਟ ਸਕੂਲ ਸੀ, ਓਬਰਾਏ ਸਕੂਲ। ਉੱਥੋਂ ਮੇਰੀ ਸਕੂਲਿੰਗ ਸਟਾਰਟ ਹੋਈ ਆ। 1st to 5th ਮੈਂ ਉੱਥੋਂ ਤੱਕ ਪੜ੍ਹੀ ਹਾਂ। ਉਸ ਤੋਂ ਬਾਅਦ ਮੈਂ 6th ਤੋਂ ਲੈ ਕੇ 12th ਤੱਕ ਆਰੀਆ ਸਕੂਲ ਪਠਾਨਕੋਟ ਵਿੱਚ ਮੈਂ 12th ਕੀਤੀ ਹੈਗੀ ਹੈ। ਉੱਥੋਂ ਹੀ ਮੇਰੀ ਗੇਮ ਦੀ ਜਿਹੜੀ ਸ਼ੁਰੂਆਤ ਹੋਈ ਹੈ। ਜਦੋਂ ਜੀ ਸਾਡੇ 7ਵੀਂ ਕਲਾਸ 'ਚ ਮੈਂ ਪੜ੍ਹਦੀ ਸੀ ਅਤੇ ਸਾਡੇ ਸਕੂਲ ਵੋਲੀਬੋਲ ਕੋਚ ਆਏ ਸੀ, ਉਹ ਵਿਜ਼ਿਟ ਕਰਨ ਕਿ ਜੋ ਬੱਚੇ ਵੋਲੀਬੋਲ ਖੇਡਣ 'ਚ ਇੰਟਰਸਟਡ ਹੈ ਉਹ ਬੱਚੇ ਆਪਣਾ ਹੱਥ ਖੜਾ ਕਰੇ। ਅਤੇ ਉਸ ਟਾਈਮ ਮੈਂ ਵੀ ਆਪਣਾ ਹੱਥ ਰੇਜ਼ ਕੀਤਾ ਸੀ, ਉਸ ਭੀੜ ਵਿੱਚ ਮੈਂ ਵੀ ਸ਼ਾਮਿਲ ਸੀ। ਪਰ ਮੇਰੀ ਹਾਈਟ ਘੱਟ ਹੋਣ ਕਰਕੇ ਮੈਡਮ ਨੇ ਮੈਨੂੰ ਰਿਜੈਕਟ ਕਰਤਾ, ਕਿਉਂਕਿ ਉਹਨਾਂ ਨੂੰ ਹਾਈਟ ਵਾਲੀਆਂ ਲੜਕੀਆਂ ਚਾਹੀਦੀਆਂ ਸੀ। ਦੈਨ ਉਸ ਤੋਂ ਬਾਅਦ ਜੀ ਮੈਂ ਡੇਲੀ ਉਹ ਚੀਜ਼ ਜੋ ਮੈਮ ਕਰਵਾਉਂਦੇ ਸੀ ਸੁਬਾਹ, ਮੈਂ ਵੀ ਜਾ ਕੇ ਉੱਥੇ ਬੈਠ ਜਾਣਾ ਗਰਾਊਂਡ ਦੇ ਲਾਗੇ। ਜੋ ਮੈਡਮ ਕਰਵਾਉਂਦੇ ਸੀ ਉਹ ਮੈਂ ਸਿੱਖਦੀ ਗਈ। ਮੈਂ ਘਰ ਆ ਕੇ ਇੱਕ ਖਿੱਦੂ ਜਿਹਾ ਬਣਾ ਕੇ ਵਾਲੀਬੋਲ ਦੀ ਟਾਈਪ, ਉਸ ਨਾਲ ਮੈਂ ਜਿਹੜੀ ਹੈਗੀ ਆ ਮੁੱਢਲੀ ਅੰਡਰਹੈਂਡ ਦੀ ਟੈਕਨੀਕਸ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਮੈਂ ਹਫ਼ਤਾ ਕੁ ਉੱਥੇ ਬੈਠਦੀ ਸੀ। ਮੈਡਮ ਨੇ ਮੈਨੂੰ ਇੱਕ ਦਿਨ ਬੁਲਾ ਲਿਆ, ਬੇਟਾ ਤੁਸੀਂ ਰੋਜ਼ ਆ ਕੇ ਇੱਥੇ ਬੈਠ ਜਾਂਦੇ ਹੋ, ਕੀ ਗੱਲ ਹੈ? ਮੈਂ ਕਿਹਾ ਮੈਮ ਮੈਂ ਵੀ ਗੇਮ ਕਰਨੀ ਹੈ, ਮੇਰਾ ਬਹੁਤ ਮਨ ਕਰਦਾ ਮੈਂ ਵੀ ਗੇਮ ਖੇਡਾਂ। ਅਤੇ ਮੈਡਮ ਕਹਿੰਦੇ ਕਿ ਨਹੀਂ ਬੇਟਾ ਤੇਰੀ ਹਾਈਟ ਬਹੁਤ ਛੋਟੀ ਹੈ, ਤੈਨੂੰ ਇੱਥੇ ਬੈਨੀਫਿਟ ਨਹੀਂ ਹੋਣਾ। ਮੈਂ ਕਿਹਾ ਮੈਡਮ ਤੁਸੀਂ ਮੈਨੂੰ ਕਰਵਾ ਕੇ ਤਾਂ ਵੇਖੋ, ਮੈਂ ਰੋਜ਼ ਪ੍ਰੈਕਟਿਸ ਕਰਦੀ ਹਾਂ ਘਰ ਜਾ ਕੇ। ਅਤੇ ਉਹਨਾਂ ਨੇ ਕਹਿੰਦੇ ਕਿ ਇਹ ਲਿਆਓ ਜੀ ਬੋਲ ਲਿਆਓ, ਮੈਂ ਕੁੜੀ ਨੂੰ ਕਰਵਾ ਕੇ ਵੇਖਾਂ। ਅਤੇ ਉਹਨਾਂ ਨੇ ਜਦੋਂ ਮੇਰੇ ਵੱਲ ਬੋਲ ਸੁੱਟਿਆ ਅਤੇ ਮੈਂ ਅੰਡਰਹੈਂਡ ਕੀਤਾ, ਅਤੇ ਮੈਡਮ ਨੇ ਖੁਸ਼ ਹੋ ਕੇ ਮੈਨੂੰ ਆਪਣੇ ਗਲੇ ਲਾ ਲਿਆ। ਕਹਿੰਦੇ ਬੇਟਾ ਮੈਂ ਤਾਂ ਤੈਨੂੰ ਸਿਖਾਇਆ ਵੀ ਨਹੀਂ ਅਤੇ ਤੂੰ ਤਾਂ ਇੰਨਾ ਸੋਹਣਾ ਅੰਡਰਹੈਂਡ ਕੀਤਾ। ਕਹਿੰਦੇ ਤੂੰ ਬੇਟਾ ਡੇਲੀ ਤੁਸੀਂ ਪ੍ਰੈਕਟਿਸ ਕਰਨਾ ਹੈ। ਇੱਦਾਂ ਮੇਰੀ ਗੇਮ ਦੀ ਜਿਹੜੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਮੈਂ ਸਟੇਟ ਖੇਡਿਆ, ਨੈਸ਼ਨਲ ਖੇਡਿਆ। ਫਿਰ ਉਸ ਤੋਂ ਬਾਅਦ 12th ਤੋਂ ਬਾਅਦ ਮੈਂ ਆਪਣੀ ਜਿਹੜੀ ਹੈਗੀ ਹੈ ਜਿਹੜੀ ਕਾਲਜ ਲਾਈਫ ਹੈ, ਆਰੀਆ ਕਾਲਜ ਮਹਾਵਿਦਿਆਲਿਆ ਤੋਂ ਸ਼ੁਰੂ ਕੀਤੀ। ਉੱਥੇ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਪੋਰਟਸ ਸ਼ੁਰੂ ਮੈਂ ਕਰ ਲਈ ਸੀ, ਪਰ ਮੇਰੇ ਜਿਹੜੇ ਪੇਰੈਂਟਸ ਸੀ ਉਹ ਇਸ ਚੀਜ਼ ਦੇ ਬਹੁਤ ਅਗੇਂਸਟ ਸੀ। ਕਿਉਂਕਿ ਜਿਹੜੇ ਮੇਰਾ ਘਰ ਦਾ ਮਾਹੌਲ ਸੀ, ਕਿਉਂਕਿ ਸਾਡੇ ਪਰਿਵਾਰ 'ਚ ਨਾ ਹੀ ਕੁੜੀਆਂ ਨੂੰ ਬਹੁਤੀ ਪੜ੍ਹਨ ਦੀ ਇਜਾਜ਼ਤ ਸੀ, ਨਾ ਹੀ ਖੇਡਣ ਦੀ। ਕਿਉਂਕਿ ਸਾਡਾ ਆਪ ਦਾ ਕੰਮ ਹੁੰਦਾ ਸੀ ਸੁਨਿਆਰਿਆਂ ਦਾ। ਬੱਚੇ ਕਹਿੰਦੇ ਸੀ ਕਿ ਪੇਰੈਂਟਸ ਕਹਿੰਦੇ ਸੀ ਕਿ ਤੁਸੀਂ ਬੱਚੇ ਬਸ ਆਪਣਾ ਪੜ੍ਹ ਲਿਖ ਕੇ ਘਰ ਸਾਂਭਣਾ, ਅਤੇ ਮੁੰਡੇ ਤੁਸੀਂ ਆਪਣਾ ਕੰਮ +2 ਕਰਕੇ ਤੁਸੀਂ ਆਪਣਾ ਸੁਨਿਆਰਿਆਂ ਦਾ ਕੰਮ ਹੀ ਸਾਂਭਣਾ। ਅਤੇ ਉਹਨਾਂ ਦੀ ਮੈਂਟੈਲਿਟੀ ਬਸ ਇੱਥੋਂ ਤੱਕ ਦੀ ਸੀ ਕਿ ਤੁਸੀਂ ਸਿਰਫ ਪੜ੍ਹ ਲਿਖ ਕੇ ਘਰ ਦੀਆਂ ਰੋਟੀਆਂ ਤੱਕ ਸੀਮਤ ਹੈ। ਪਰ ਮੈਂ ਜਦੋਂ ਸਪੋਰਟਸ ਕਰਨ ਲੱਗੀ, ਮੈਂ ਦੁਨੀਆ ਵੇਖੀ, ਮੇਰੀ ਜਿਹੜੀ ਸੋਚ ਥੋੜ੍ਹੀ ਵਧੀ। ਮੈਂ ਕਿਹਾ ਨਹੀਂ, ਕੁੜੀਆਂ ਘਰ ਤੱਕ ਚੁੱਲ੍ਹੇ ਚੌਂਕੇ ਤੱਕ ਨਹੀਂ ਸੀਮਤ, ਇਹ ਬਹੁਤ ਕੁਛ ਕਰ ਸਕਦੀਆਂ ਹੈਗੀਆਂ। ਅਤੇ ਮੈਂ ਹੌਲੀ ਹੌਲੀ ਮੇਰਾ ਜਿਹੜਾ ਇੰਟਰਸਟ ਗੇਮ ਵੱਲ ਵੱਧਦਾ ਗਿਆ। ਮਤਲਬ ਮੇਰੀ ਜਿਵੇਂ ਕਿ ਰੂਹ ਬਣਦੀ ਗਈ ਗੇਮ, ਮੈਨੂੰ ਦੁਨੀਆਦਾਰੀ ਭੁੱਲ ਗਈ। ਬਸ ਮੇਰਾ ਜਿਹੜਾ 24 ਘੰਟੇ ਜਿਹੜਾ ਫੋਕਸ ਸੀ ਸਿਰਫ ਗੇਮ ਵੱਲ ਸੀ। ਅਤੇ ਦੈਨ ਉਸ ਤੋਂ ਬਾਅਦ ਜੀ ਮੇਰੇ ਜਿਹੜੇ ਪੇਰੈਂਟਸ ਸੀ, ਮੇਰੇ ਮਦਰ, ਸਪੈਸ਼ਲੀ ਮੇਰੇ ਮਦਰ ਸੀ, ਉਹ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਇਹ ਗੇਮ ਕਰੇ, ਇਹ ਸਿਰਫ ਘਰ ਦਾ ਕੰਮ ਕਰੇ, ਕਿਉਂਕਿ ਮੇਰੇ ਨਾਲ ਹੱਥ ਵੜਾਏ। ਕਿਉਂਕਿ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦਾ ਜਿਹੜਾ ਫਾਰਮਰ ਦਾ ਕੰਮ ਸੀ, ਅਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀ ਕਿ ਉਹ ਜਾ ਕੇ ਸਕੂਲ ਵੇਖਣ ਕਿ ਇਹ ਕੀ ਕਰਦੀ ਹੈਗੀ ਹੈ। ਉਹ ਬਸ ਗੱਲਾਂ ਸੁਣ ਕੇ ਜੋ ਮੈਂ ਉਹਨਾਂ ਨੂੰ ਦੱਸਤਾ ਉਸੇ ਨਾਲ ਹੀ ਮੋਟੀਵੇਟ ਹੋ ਜਾਂਦੇ ਕਿ ਹਾਂ ਮੇਰੀ ਬੇਟੀ ਕੁਛ ਕਰ ਰਹੀ ਹੈ। ਪਰ ਮਦਰ ਨੂੰ ਸਮਝਾਉਣਾ ਬਹੁਤ ਔਖਾ ਸੀ, ਕਿਉਂਕਿ ਉਹਨਾਂ ਨੂੰ ਸੀ ਕਿ ਇਹ ਕੰਮ ਪ੍ਰੋਪਰ ਨਹੀਂ ਕਰ ਰਹੀ, ਮੇਰੇ ਨਾਲ ਹੱਥ ਨਹੀਂ ਵਡਾਏਗੀ ਅਤੇ ਬੱਚੇ ਸਫਰ ਕਰਨਗੇ। ਛੋਟੇ ਮੇਰੇ ਜਿਹੜੇ ਭੈਣ ਭਰਾ ਆ, ਮੇਰੇ 6 ਭੈਣ ਭਰਾ ਆ, ਆਪਾਂ 2 ਭੈਣਾਂ ਔਰ 4 ਭਰਾ ਆ, ਅਤੇ ਉਹਨਾਂ ਦਾ ਵੀ ਬਹੁਤ ਮੈਨੂੰ ਖਿਆਲ ਰੱਖਣੇ ਪੈਂਦਾ ਸੀ। ਪਰ ਮੈਂ ਇਸ ਜਰਨੀ ਨੂੰ ਛੱਡਿਆ ਨਹੀਂ, ਮੈਂ ਸਟਰਗਲ ਕੀਤਾ ਬਹੁਤ। ਮੇਰਾ ਜਿਹੜਾ ਸਟਰਗਲ ਹੀ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ। 4 ਵਜੇ ਉੱਠ ਕੇ ਮੈਨੂੰ ਪਤਾ ਕਿ ਮੈਂ 50 ਰੋਟੀਆਂ ਲਾਉਣੀਆਂ ਹੁੰਦੀਆਂ ਸੀ, ਆਟਾ ਗੁੰਨਣਾ, 50 ਰੋਟੀਆਂ ਲਾ ਕੇ ਉਸ ਤੋਂ ਬਾਅਦ ਮੇਰਾ ਜਿਹੜਾ ਕੋਚਿੰਗ ਸੈਂਟਰ ਸੀ 7 ਕਿਲੋਮੀਟਰ ਸੀ, ਅਤੇ ਮੇਰੇ ਕੋਲ ਮੇਰੇ ਪਾਪਾ ਦਾ ਸਾਈਕਲ ਹੁੰਦਾ ਸੀ, ਕਿਉਂਕਿ ਪਾਪਾ ਨੇ ਜਾਣਾ ਹੁੰਦਾ ਸੀ 7 ਵਜੇ ਦੁੱਧ ਦੇਣ। ਅਤੇ ਮੈਂ ਉਸ ਤੋਂ ਬਾਅਦ ਕਿ ਮੈਂ 7 ਵਜੇ ਤੋਂ ਪਹਿਲਾਂ ਮੁੜ ਕੇ ਆਉਣਾ ਪਾਪਾ ਦਾ ਸਾਈਕਲ, ਕਿਉਂਕਿ ਪਰਿਵਾਰ 'ਚ ਇੱਕੋ ਸਾਈਕਲ ਹੁੰਦਾ ਸੀ। ਅਤੇ ਮੈਂ ਜਲਦੀ ਤੋਂ ਜਲਦੀ ਮਤਲਬ 4:30 ਵਜੇ ਸਾਈਕਲ ਫੜਨਾ ਅਤੇ ਆਪਣੇ 4:45 ਆਪਣੇ ਗਰਾਊਂਡ 'ਚ ਰਿਪੋਰਟ ਕਰ ਦੇਣੀ ਮੈਡਮ ਕੋਲ। ਉੱਥੇ ਜਾ ਕੇ ਵੀ ਪਹਿਲਾਂ ਮੈਂ ਗਰਾਊਂਡ 'ਚ ਥੋੜ੍ਹੀ ਦੇਰ ਰੰਬਾ ਵਗੈਰਾ ਲਗਾਉਣਾ, ਗਰਾਊਂਡ ਘਾਹ ਸਾਫ਼ ਕਰਨਾ। ਉਸ ਤੋਂ ਬਾਅਦ ਆਪਣੀ ਟ੍ਰੇਨਿੰਗ ਕਰਕੇ ਉੱਥੋਂ 6:45 ਵਜੇ ਮੈਂ ਤੁਰ ਜਾਣਾ, ਅਤੇ ਫਿਰ ਵਾਪਸ ਆ ਕੇ ਮੈਂ ਆਪਣੇ ਪਾਪਾ ਨੂੰ ਸਾਈਕਲ ਦੇਣਾ ਅਤੇ ਆਪਣੇ ਭੈਣ ਭਰਾਵਾਂ ਨੂੰ, ਛੋਟਿਆਂ ਨੂੰ ਤਿਆਰ ਕਰਨਾ, ਉਹਨਾਂ ਨੂੰ ਰਿਕਸ਼ੇ 'ਤੇ ਬਿਠਾਉਣਾ ਅਤੇ ਖੁਦ ਤਿਆਰ ਹੋ ਕੇ ਫਿਰ ਮੈਂ ਆਪਣੇ 9 ਵਜੇ ਸਕੂਲ ਰਿਪੋਰਟ ਕਰਨੀ। ਇਹ ਮੇਰੀ ਲਾਈਫ ਜਰਨੀ 20 ਸਾਲ ਤੱਕ, ਮੈਂ 20 ਸਾਲ ਤੱਕ ਮੇਰੀ ਇਹੀ ਰੂਟੀਨ ਸੀ। ਅਤੇ ਉਹਦਾ ਇਹ ਨਤੀਜਾ ਨਿਕਲਿਆ ਕਿ ਅੱਜ ਮੈਂ ਇੱਥੇ ਸਟੈਂਡ ਹੈਗਾ। ਉਹ ਮਿਹਨਤ ਕੀਤੀ ਅੱਜ ਮੈਨੂੰ ਬਾਕਸਿੰਗ ਦੇ ਵਿੱਚ ਮੇਰੀ ਕਨਵਰਟ ਹੋਈ ਹੈ। ਐਕਚੁਅਲ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ
ਕਿ ਮੈਂ ਵੋਲੀਬੋਲ 'ਚ ਬਹੁਤ ਮਿਹਨਤ ਕੀਤੀ ਹੈ, ਪਰ ਮੈਨੂੰ ਉਹ ਰਿਜ਼ਲਟ ਟੀਮ ਗੇਮ ਹੋਣ ਕਰਕੇ ਇਸ ਕਰਕੇ ਮੈਨੂੰ ਉਹ ਬੈਨੀਫਿਟ ਨਹੀਂ ਮਿਲਿਆ ਜੋ ਮੈਂ ਇੱਕ ਡਿਜ਼ਰਵ ਕਰਦੀ ਸੀ। ਫਿਰ ਮੈਂ ਆਪਣੀ ਗੇਮ ਜੀ ਚੇਂਜ ਕੀਤੀ ਵੋਲੀਬੋਲ। ਜਦੋਂ ਕਿ ਮੇਰੀ ਗ੍ਰੈਜੂਏਸ਼ਨ ਹੋਈ ਹੈ ਪੂਰੀ, ਅਤੇ ਮੈਂ ਐਡਮਿਸ਼ਨ ਲੈਣੀ ਸੀ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਔਰ ਭਾਗੂ ਮਾਜਰੇ। ਮੇਰੇ ਪਾਪਾ ਦਾ ਬਿਟਵੀਨ ਐਕਸੀਡੈਂਟ ਹੋ ਗਿਆ, ਜਿਹਦੇ ਕਰਕੇ ਉਹ ਬੈੱਡ 'ਤੇ ਚਲੇ ਗਏ ਔਰ DMC ਵਿੱਚ ਉਹ 4 ਮਹੀਨੇ ਰਹੇ ਹੈ, ਅਤੇ ਜਿਹੜੇ ਫੋਰਮ ਸੀ ਉਹ ਨਿਕਲ ਗਏ ਸੀ, ਮੈਂ ਜਿਹਦੇ ਕਰਕੇ ਅਪਲਾਈ ਨਹੀਂ ਕਰ ਪਾਈ। ਅਤੇ ਦੈਨ ਉਸ ਤੋਂ ਬਾਅਦ ਜੀ ਮੇਰੇ 4 ਮਹੀਨੇ ਬਾਅਦ ਜਦੋਂ ਮੇਰੇ ਪਾਪਾ ਨੇ ਰਿਕਵਰ ਕੀਤਾ, ਅਤੇ ਜਿਹੜੇ ਮੇਰੇ ਮੈਮ ਸੀ ਕੁਲਦੀਪ ਬੋਪਾ ਰਾਏ, ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਅੱਜ ਜੋ ਵੀ ਹਾਂ ਮੈਂ ਉਹਨਾਂ ਦੀ ਵਜ੍ਹਾ ਨਾਲ, ਉਹਨਾਂ ਨੇ ਥਰੂ ਅੱਜ ਤੱਕ ਉਹ ਮੇਰੀ ਇੰਨੀ ਮਦਦ ਕਰਦੇ ਆ, ਮੈਨੂੰ ਪ੍ਰੋਪਰ ਗਾਈਡ ਕਰਦੇ ਆ, ਜਿਨ੍ਹਾਂ ਦੀ ਗਾਈਡਲਾਈਨ ਸਦਕੇ ਕਿ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਇਹ ਇੰਟਰਵਿਊ ਦੇ ਰਹੀ ਹੈਗੀ ਹਾਂ। ਕਿ ਮੈਮ ਨੇ ਫ਼ੋਨ ਕੀਤਾ, ਇੱਕ ਫੋਰਮ ਨਿਕਲਿਆ ਸੀ ਅਖਬਾਰ 'ਚ ਕਿ ਸ਼ਾਹੀ ਸਪੋਰਟਸ ਸੈਂਟਰ ਜਿਹੜਾ ਹੈਗਾ ਉਹ ਐਡਮਿਸ਼ਨ ਕਰਾ ਰਿਹਾ ਨਾਗਪੁਰ ਔਰ ਭੋਪਾਲ ਯੂਨੀਵਰਸਿਟੀ 'ਚ। ਅਤੇ ਮੈਂ ਉੱਥੇ ਜੀ ਉਹਨਾਂ ਨੂੰ ਮੈਮ ਨੇ ਮੈਨੂੰ ਫ਼ੋਨ ਕੀਤਾ, ਬੇਟਾ ਕੱਲ੍ਹ ਲਾਸਟ ਡੇਟ ਹੈ, ਤੁਸੀਂ ਜਾ ਕੇ ਸਮਰਾਲੇ ਉੱਥੇ ਸ਼ਾਹੀ ਸੈਂਟਰ ਹੈਗਾ, ਉੱਥੇ ਤੁਸੀਂ ਜਾ ਕੇ ਇਹ ਐਡਮਿਸ਼ਨ ਲੈ ਲਓ। ਮੈਂ ਅਤੇ ਮੇਰੇ ਮੰਮਾ ਗਏ, ਪਰ ਉਹਨਾਂ ਨੇ ਜਦੋਂ ਪੈਸੇ ਮੰਗੇ ਅਤੇ ਮੈਂ ਅਫੋਰਡ ਨਹੀਂ ਕਰ ਪਾਈ ਉਹਨੇ, ਕਿਉਂਕਿ ਜਿੰਨੇ ਉਹਨਾਂ ਨੇ ਮੰਗੇ ਸੀ। ਅਤੇ ਫਿਰ ਵੀ ਮੈਡਮ ਨੇ ਮੈਨੂੰ ਹੌਸਲਾ ਦਿੱਤਾ, ਨਹੀਂ ਨਹੀਂ ਬੇਟਾ ਤੁਸੀਂ ਲਓ ਐਡਮਿਸ਼ਨ, ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰਾਂਗੀ। ਅਤੇ ਬਿਟਵੀਨ ਮੇਰੇ ਪਾਪਾ ਨੇ ਕਿਹਾ ਕਿ ਮੈਂ ਜਾ ਕੇ ਪਾਪਾ ਨਾਲ ਡਿਸਕਸ ਕੀਤਾ, ਪਾਪਾ ਲੱਖ ਦੇ ਕਰੀਬ ਖਰਚਾ ਆਊਗਾ ਅਤੇ ਕੀ ਕਰਨਾ ਹੈਗਾ, ਐਡਮਿਸ਼ਨ ਲਈਏ ਕਿ ਨਾ ਲਈਏ। ਅਤੇ ਪਾਪਾ ਵੀ ਚੁੱਪ ਕਰ ਗਏ। ਫਿਰ ਮੈਂ ਕਿਹਾ ਪਾਪਾ ਜਿਹੜਾ ਤੁਸੀਂ ਮੇਰੇ ਵਿਆਹ 'ਤੇ ਪੈਸਾ ਲਾਉਣਾ ਉਹ ਤੁਸੀਂ ਮੈਨੂੰ ਅੱਜ ਹੀ ਲਾ ਦਿਓ, ਅਤੇ ਮੈਂ ਤੁਹਾਡੇ ਕੋਲ ਵਿਆਹ 'ਚੋਂ 1 ਰੁਪਿਆ ਵੀ ਨਹੀਂ ਲੈਂਦੀ। ਅਤੇ ਕਹਿੰਦੇ ਠੀਕ ਹੈ ਬੇਟਾ ਕੋਈ ਗੱਲ ਨਹੀਂ। ਪਾਪਾ ਨੇ ਜ਼ਮੀਨ ਵੇਚੀ, ਮੇਰੀ ਐਡਮਿਸ਼ਨ ਕਰਾਤੀ, ਮੈਂ ਭੋਪਾਲ ਐਡਮਿਸ਼ਨ ਲੈ ਲਈ। ਬਿਟਵੀਨ ਜੀ ਬਾਕਸਿੰਗ ਦੀ ਜਿਹੜੀ ਹੈਗੀਆਂ ਸਟੇਟ ਸ਼ੁਰੂ ਹੋ ਲੱਗੀਆਂ ਸੀ, ਅਤੇ ਜਿਹੜੇ ਸ਼ਾਹੀ ਸਰ ਸੀ ਉਹ ਬਾਕਸਿੰਗ ਦੇ ਕੋਚ ਸੀ। ਉਹਨਾਂ ਨੇ ਵੇਖਿਆ ਕਿ ਮੇਰੇ 'ਚ ਬਹੁਤ ਜਾਨ ਹੈਗੀ ਹੈ, ਮੇਰੇ ਸ਼ੋਲਡਰ 'ਚ ਮੇਰੀਆਂ ਮੂਵਮੈਂਟਸ ਬਹੁਤ ਫਾਸਟ ਆ। ਉਹਨਾਂ ਨੇ ਮੈਨੂੰ ਬੁਲਾਇਆ, ਕਹਿੰਦੇ ਬੇਟਾ ਤੁਸੀਂ ਬਾਕਸਿੰਗ ਕਰੋ। ਅਤੇ ਮੈਂ ਉੱਥੇ ਵੀ ਆਪਣੇ ਕੋਚ ਨਾਲ, ਮੇਰੇ ਜਿਹੜੇ ਕੁਲਦੀਪ ਬੋਪਾ ਰਾਏ ਮੈਮ ਹੈ ਲੈਕਚਰਰ, ਉਹਨਾਂ ਨਾਲ ਡਿਸਕਸ ਕੀਤਾ, ਮੈਡਮ ਬਾਕਸਿੰਗ ਮੈਂ ਰੱਖ ਲਾਂ। ਮੈਂ ਕਹਿੰਦੇ ਕਿ ਹਾਂ ਬੇਟਾ ਰੱਖ ਲੈ, ਹੁਣ ਤੇ ਇੰਡੀਵਿਜੂਅਲ ਗੇਮ ਹੈ, ਤੈਨੂੰ ਜਿੰਨਾ ਵੀ ਤੂੰ ਕਰੇਗੀ ਉਹ ਤੈਨੂੰ ਬੈਨੀਫਿਟ ਹੋਣਾ ਇਕੱਲੇ ਨੂੰ। ਅਤੇ ਮੈਂ ਫਿਰ ਜੀ ਵਾਹਿਗੁਰੂ ਜੀ ਦਾ ਨਾਮ ਲੈ ਕੇ ਸ਼ੁਰੂ ਕਰਤੀ। ਮੈਂ ਕਿਹਾ ਵੇਖੀ ਜਾਏਗੀ। ਕਹਿੰਦੇ ਕਿ ਬੇਟਾ ਵੇਖ ਲੈ ਇੰਜਰੀ ਬਹੁਤ ਹੋਣੀ ਹੈ। ਮੈਂ ਕੋਈ ਗੱਲ ਨਹੀਂ ਮੈਡਮ, ਹੁਣ ਤਾਂ ਤੁਰ ਪਏ ਇਸ ਰਾਹ 'ਤੇ, ਹੁਣ ਕੋਈ ਵੇਖੀ ਜਾਏਗੀ। ਫਿਰ ਜੀ ਮੈਂ ਸ਼ੁਰੂਆਤ ਕਰਤੀ, ਮੈਂ ਸਟੇਟ ਖੇਡੀ, ਸਟੇਟ 'ਚ ਗੋਲਡ ਆਇਆ। ਉਸ ਤੋਂ ਬਾਅਦ ਸਾਡੀ ਫਸਟ ਨੈਸ਼ਨਲ ਹੋਈ ਚੇਨਈ ਵਿੱਚ। ਮੈਂ ਜਾ ਕੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਹੈਗੀ ਹੈ। ਮੇਰੇ ਉੱਥੇ ਬਹੁਤ ਡੇਂਜਰ ਇੰਜਰੀ ਵੀ ਹੋਈ ਸੀ, ਪਰ ਮੈਂ ਉਸ ਦੇ ਬਾਵਜੂਦ ਵੀ ਇਸ ਗੇਮ ਨੂੰ ਕੰਟੀਨਿਊ ਕੀਤਾ, ਜਿਹਦੇ ਕਰਕੇ ਮੇਰੀ ਇੰਡੀਆ ਕੈਂਪ 'ਚ ਸਿਲੈਕਸ਼ਨ ਹੋਈ। ਇੰਡੀਆ ਕੈਂਪ ਤੋਂ ਬਾਅਦ ਜੀ ਆਪਾਂ ਇਹ ਜਿਹੜਾ ਕੈਂਪ ਹੈ 2 ਮਹੀਨੇ ਦਾ ਕੈਂਪ ਲੱਗਿਆ ਸੀ। ਇਹਦੇ ਵਿੱਚ ਵੀ ਇੱਕ ਪ੍ਰੋਬਲਮ ਆ ਗਈ ਸੀ ਕਿ ਟਿਕਟ ਕਿੰਨ ਲੈਣੀ ਹੈ। ਫਾਦਰ ਸਾਹਿਬ ਨੇ ਮਨਾ ਕਰਤਾ, ਮਦਰ ਨੇ ਮਨਾ ਕਰਤਾ। ਫਿਰ ਮੇਰੇ ਕੁਲਦੀਪ ਮੈਡਮ ਨੇ ਮੈਨੂੰ ਕਾਲਜ ਬੁਲਾਇਆ, ਉੱਥੇ ਮੈਨੂੰ 2500 ਰੁਪਇਆ ਦਿੱਤਾ ਅਤੇ ਮੇਰੀ ਟਿਕਟ ਬੁੱਕ ਕਰਾਈ ਬੰਗਲੌਰ ਦੀ। ਫਿਰ ਮੈਂ ਬੰਗਲੌਰ ਗਈ, ਬੰਗਲੌਰ ਕੈਂਪ ਲੱਗਿਆ ਜੀ, ਬਹੁਤ ਮਿਹਨਤ ਕੀਤੀ ਉੱਥੇ 2 ਮਹੀਨੇ। ਮੈਰੀ ਕੋਮ ਵੀ ਸਾਡੇ ਨਾਲ ਹੀ ਸੀ, ਫਸਟ ਇੰਡੀਅਨ ਜਿੰਨੀਆਂ ਵੀ ਫੀਮੇਲਸ ਬਾਕਸਰ ਹੀ ਸਾਰੀਆਂ ਉਸ ਕੈਂਪ ਵਿੱਚ ਸੀ। ਦੈਨ ਉਸ ਤੋਂ ਬਾਅਦ ਜੀ ਉਹਨਾਂ 60 ਵਿੱਚੋਂ 30 ਬੱਚਿਆਂ ਦੀ ਸਿਲੈਕਸ਼ਨ ਹੋਈ ਸੈਕਿੰਡ ਕੈਂਪ ਲਈ, ਜਿਹੜਾ ਕਿ IG ਸਟੇਡੀਅਮ ਦਿੱਲੀ ਲੱਗਿਆ। ਉਹਦੇ ਵਿੱਚੋਂ ਸਿਲੈਕਸ਼ਨ ਕਰਕੇ 20 ਬੱਚੇ, ਫਿਰ ਉਹਨਾਂ ਨੇ 3rd ਕੈਂਪ ਲੱਗਿਆ ਹਿਸਾਰ 'ਚ, ਉਸ ਵਿੱਚ ਪਹਿਲੀ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਕਿ ਥਾਈਲੈਂਡ ਵਿਖੇ ਹੋਣੀ ਸੀ, ਉਹਦੇ ਟਰਾਇਲ ਰੱਖੇ ਗਏ। ਉਹ ਟਰਾਇਲ ਮੈਂ ਕਲੀਅਰ ਕੀਤੇ ਅਤੇ ਮੇਰੀ ਸਿਲੈਕਸ਼ਨ ਹੋਈ। ਸਿਲੈਕਸ਼ਨ ਤੋਂ ਬਾਅਦ ਜੀ ਮੇਰੀ ਪ੍ਰੋਬਲਮ ਹੋ ਗਈ ਜੀ ਪਾਸਪੋਰਟ ਨਹੀਂ ਸੀ ਮੇਰੇ ਕੋਲ, ਕਿਉਂਕਿ ਪੇਰੈਂਟਸ ਪੜ੍ਹੇ ਲਿਖੇ ਨਾ ਹੋਣ ਕਰਕੇ ਕੋਈ ਵੀ ਜਿਹੜੀਆਂ ਉਹਨਾਂ ਨੂੰ ਕਾਰਵਾਈਆਂ ਪਤਾ ਨਹੀਂ ਸੀ। ਪਰ ਮੇਰੀ ਉੱਥੇ ਵੀ ਫੈਡਰੇਸ਼ਨ ਨੇ, ਮੇਰੇ ਕੁਲਦੀਪ ਮੈਡਮ ਨੇ ਬਹੁਤ ਮਦਦ ਕੀਤੀ। ਮੈਂ ਉਹਨਾਂ ਨੇ ਇੱਕ ਲੈਟਰ ਬਣਾ ਕੇ ਦਿੱਤਾ ਕਿ ਇਹਦਾ ਤਤਕਾਲ 'ਚ ਬੱਚੇ ਦਾ ਪਾਸਪੋਰਟ ਬਣਾਇਆ ਜਾਏ ਤਾਂ ਕਿ ਇਹ ਬੱਚਾ ਅੱਗੇ ਖੇਡ ਆਏ। ਦੈਨ ਉਸ ਤੋਂ ਬਾਅਦ 2 ਦਿਨ ਮੇਰੀ ਮੰਮਾ ਨੇ ਮੇਰੇ ਨਾਲ ਬਹੁਤ ਸਫ਼ਰ ਕੀਤਾ, ਆਪਾਂ ਬਹੁਤ ਧੱਕੇ ਖਾਧੇ ਉਸ ਟਾਈਮ 'ਚ, ਪਰ ਪਾਸਪੋਰਟ ਤੀਸਰੇ ਦਿਨ 'ਚ ਸਾਨੂੰ ਮਿਲ ਗਿਆ ਔਰ ਮੇਰਾ ਵੀਜ਼ਾ ਲੱਗ ਗਿਆ। ਫਿਰ ਆਪਾਂ ਜੀ ਇੰਡੀਆ ਦੀ ਟੀਮ 2001 ਵਿੱਚ ਥਾਈਲੈਂਡ ਵਿਖੇ ਗਏ ਔਰ ਉੱਥੇ ਜਾ ਕੇ ਵੀ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਉਸ ਦਿਨ ਬਹੁਤ ਅਨਲੱਕੀ ਡੇ ਸੀ ਇੰਡੀਆ ਵਾਸਤੇ ਕਿ ਸਾਡੇ ਜਿੰਨੇ ਵੀ ਸਟਾਰ ਬਾਕਸਰ ਸੀ, ਜਿਵੇਂ ਕਿ ਮੈਰੀ ਕੋਮ, ਗੀਤਾ ਚਾਨੂ, ਇਹ ਸਾਰੇ ਬਾਕਸਰ ਉਸ ਦਿਨ ਹਾਰ ਗਏ ਕਿਉਂਕਿ ਜਿੰਨੇ ਵੀ ਓਪੋਨੈਂਟ ਸੀ ਉਹ ਥਾਈਲੈਂਡ ਦੇ ਬਾਕਸਰ ਸੀ। ਕਿਤੇ ਨਾ ਕਿਤੇ ਉਹ ਫੇਵਰ ਜਿਹਾ ਸੀ ਉਹਨਾਂ ਦੇ ਮਨ 'ਚ ਉਸ ਕੰਟਰੀ ਦਾ। ਅਤੇ ਦੈਨ ਉਸ ਤੋਂ ਬਾਅਦ ਲਾਸਟ ਬਾਊਟ ਮੇਰੀ ਸੀ। ਮੈਨੂੰ ਪਤਾ ਮੇਰੀ ਬਾਊਟ 'ਚ ਮੈਨੂੰ ਕਿਸੇ ਨੇ ਤਿਆਰ ਨਹੀਂ ਕੀਤਾ ਕਿ ਸਾਰੇ ਚੰਗੀਆਂ ਜਿਹੜੀਆਂ ਸਟਾਰ ਬਾਕਸਰ ਹੈ ਉਹ ਹਾਰ ਗਈਆਂ ਅਤੇ ਲਕਸ਼ਮੀ ਨੇ ਵੀ ਹਾਰ ਹੀ ਜਾਣਾ, ਪਰ ਮੈਂ ਇਕੱਲੀ ਉੱਥੇ ਡਰਦੇ ਉੱਥੇ ਤਿਆਰ ਹੋਈ ਕਮਰੇ 'ਚ। ਉਸ ਤੋਂ ਬਾਅਦ ਮੇਰੀ ਬਾਊਟ ਅਨਾਊਂਸ ਹੋਈ। ਮੈਂ ਬਾਊਟ ਦੇ ਜਿਹੜੇ ਆਪਣੇ ਕੋਰਨਰ 'ਚ ਜਾਂਦੀ ਹਾਂ ਅਤੇ ਰਿੰਗ ਦੇ ਉੱਪਰ ਜਦੋਂ ਮੇਰੀ ਬਾਊਟ ਬਾਕਸ ਹੋਈ ਹੈ ਅਤੇ ਚਲੋ ਜੀ ਮੈਂ ਫਾਈਟ ਕਰਨਾ ਸ਼ੁਰੂ ਕੀਤੀ ਹੈ। ਥੋੜ੍ਹਾ ਜਿਹਾ ਡਰ ਸੀ,
ਪਰ ਜਦੋਂ ਮੈਂ ਮੁੱਕਾ ਇੱਕ ਮੇਰੇ ਲੱਗਿਆ ਉਸ ਤੋਂ ਬਾਅਦ ਮੈਂ ਜੀ ਸਟਾਰਟ ਹੋ ਗਈ, ਗੁੱਸਾ ਇੱਕ ਆ ਗਿਆ ਕਿ ਮੈਂ ਜਿੱਤਣਾ ਹੀ ਜਿੱਤਣਾ। ਬਸ ਜੀ ਮੈਂ ਮੁੱਕਾ ਮਾਰਿਆ, ਉਹਦੀ ਕਾਊਂਟਿੰਗ ਕਰਾਤੀ। ਅਤੇ ਬਿਟਵੀਨ ਉਸ ਟਾਈਮ ਮੈਨੂੰ ਲੱਗਦਾ ਕਿ ਮੈਨੂੰ ਇੱਕੋ ਕੁੜੀ ਦੀ ਆਵਾਜ਼ ਸੁਣਾਈ ਦਿੱਤੀ, ਮੈਰੀ ਕੋਮ। ਉਹਨੇ ਇਹੀ ਕਿਹਾ, ਵੈਰੀ ਗੁੱਡ ਲక్ష్ਮੀ, ਚੱਕ ਦੇ ਇੰਡੀਆ, ਤੂੰ ਜੀਤ ਸਕਤੀ ਹੈ ਨਾ। ਔਰ ਉਹਨ ਮਤਲਬ ਉਹਦੇ ਵਰਡ ਮੈਨੂੰ ਕੰਨ 'ਚ ਪਏ। ਉਸ ਤੋਂ ਬਾਅਦ ਆਈ ਕੈਨ ਨਾਟ ਸਟੋਪ, ਮੈਂ ਸਟੋਪ ਨਹੀਂ ਹੋਈ। ਫਿਰ ਮੈਂ ਮੁੱਕਿਆ ਤੇ ਮੁੱਕੇ ਮਾਰਦੀ ਗਈ ਔਰ ਉਹ ਬਾਊਟ ਮੈਂ ਆ ਰੱਸੀ ਕੱਢੀ। ਅਤੇ ਸਾਰਿਆਂ ਨੇ ਮੈਨੂੰ ਉਸ ਦਿਨ ਬਹੁਤ ਪਿਆਰ ਦਿੱਤਾ, ਬਹੁਤ ਐਪਰੀਸ਼ੀਏਟ ਕੀਤਾ। ਅਤੇ ਇਹ ਮੇਰੀ ਜਰਨੀ ਹੈਗੀ ਜਿਹੜੀ ਮੈਂ ਉੱਥੇ ਜਾ ਕੇ ਫਿਰ ਮੇਰੀ ਉੱਥੇ ਚਾਈਨਾ ਨਾਲ ਬਾਊਟ ਹੋਈ। ਮੇਰਾ ਉੱਥੇ ਸਿਲਵਰ ਮੈਡਲ ਆਇਆ ਸੀ ਔਰ ਪੰਜਾਬ ਦੀ ਔਰ ਭਾਰਤ ਦੀ ਪਹਿਲੀ ਮਹਿਲਾ ਹੈ ਜਿਹਦਾ ਉੱਥੇ ਜਾ ਕੇ ਸਿਲਵਰ ਮੈਡਲ ਆਇਆ ਸੀ। ਸਭ ਤੋਂ ਪਹਿਲਾਂ ਤਾਂ ਪ੍ਰੋਬਲਮ ਮੈਨੂੰ ਮੇਰੇ ਘਰ ਤੋਂ ਆਈ ਹੈ। ਮੇਰੇ ਮਦਰ ਔਰ ਮੇਰੇ ਬ੍ਰਦਰ ਉਹ ਬਿਲਕੁਲ ਨਹੀਂ ਪਸੰਦ ਕਰਦੇ ਸੀ ਕਿ ਮੈਂ ਗੇਮ ਖੇਡਾਂ, ਕਿਉਂਕਿ ਇਹਦੇ ਲਈ ਦੇਖੋ ਮੈਂ 6 ਟਾਈਮ ਇੱਕ ਰਸਤੇ 'ਤੇ ਜਾਂਦੀ ਸੀ ਅਤੇ ਉਹ ਜਿਹੜਾ ਰਸਤਾ ਸੀ ਬੜਾ ਹੀ ਸੁਨਸਾਨ ਸੀ। ਅਤੇ ਸੁਨਸਾਨ ਰਸਤੇ 'ਤੇ ਇੱਕ ਲੜਕੀ ਜਦੋਂ 6 ਟਾਈਮ ਲੰਘਦੀ ਹੈ ਅਤੇ ਮੈਨੂੰ ਲੱਗਦਾ ਹਰ ਪੇਰੈਂਟਸ, ਅੱਜ ਮੈਂ ਉਹਨਾਂ ਦੀ ਫੀਲਿੰਗ ਸਮਝ ਸਕਦੀ ਹਾਂ ਕਿਉਂਕਿ ਅੱਜ ਮੈਂ ਵੀ ਇੱਕ ਮਦਰ ਹੈਗੀ ਹਾਂ, ਕਿ ਉਹਨਾਂ ਦਾ ਜਿਹੜਾ ਡਰ ਸੀ ਲਾਜ਼ਮੀ ਸੀ। ਇੱਕ ਸੁਨਸਾਨ ਰਸਤੇ 'ਤੇ ਜਦੋਂ ਇੱਕ ਬੱਚੀ ਜਾਂਦੀ ਹੈ ਅਤੇ 100 ਤਰ੍ਹਾਂ ਦੇ ਪੁੱਠੇ ਸਿੱਧੇ ਖਿਆਲ ਮਨ ਵਿੱਚ ਆਉਂਦੇ ਆ। ਅਤੇ ਚਲੋ ਜੀ ਮੈਂ ਉਹ ਫੇਸ ਕੀਤਾ, ਬਹੁਤ ਕੁਛ ਲੋਕਾਂ ਨੇ ਕਿਹਾ ਵੀ ਹੈ, ਬਹੁਤ ਮਾੜਾ ਚੰਗਾ ਮੈਂ ਸੁਣਿਆ ਵੀ ਹੈਗਾ। ਮੇਰੇ ਮਦਰ ਮੈਨੂੰ ਡੇਲੀ ਮਾਰਦੇ ਵੀ ਸੀ, ਕੁੱਟਦੇ ਵੀ ਸੀ, ਪਰ ਮੈਂ ਨਹੀਂ ਆਪਣਾ ਉਹ ਸਟਰਗਲ ਛੱਡਿਆ। ਮੈਂ ਕਿਹਾ ਮੈਂ ਖੇਡਣਾ ਕਿਹੜਾ। ਮੈਂ ਤੁਹਾਨੂੰ ਇਸ ਨਾਲ ਦੱਸਦੀ ਹਾਂ ਕਿ ਮੇਰੀ ਜਦੋਂ 10th ਹੋਈ ਹੈ ਅਤੇ ਮੇਰੇ ਮਦਰ ਨੇ ਮੇਰਾ ਰਿਸ਼ਤਾ ਦੇਖ ਲਿਆ ਸੀ। ਅਤੇ ਰਿਸ਼ਤਾ ਦੇਖਣ ਤੋਂ ਬਾਅਦ ਜੀ ਉਹ ਘਰ ਵੀ ਆ ਗਏ, ਵੇਖ ਵੀ ਲਿਆ। ਅਤੇ ਪਰ ਮੈਂ ਉਸ ਦਿਨ ਬਹੁਤ ਰੋਈ ਸੀ। ਮਤਲਬ ਮੈਂ ਪਾਪਾ ਨੂੰ ਕਿਹਾ ਕਿ ਜਾਂ ਤਾਂ ਮੈਂ ਘਰ ਛੱਡ ਜਾਣਾ ਜਾਂ ਮੈਂ ਸੁਸਾਈਡ ਕਰ ਲੈਣੀ ਹੈ। ਤੁਹਾਨੂੰ ਅੱਜ ਮੈਂ ਟੂ ਵੀ ਫਰੈਂਕ ਦੱਸਦੀ ਹਾਂ। ਅਤੇ ਮੈਂ ਕਿਹਾ ਕਿ ਮੈਂ ਨਹੀਂ ਕਰਨਾ ਵਿਆਹ, ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਵਿਆਹ ਨਹੀਂ ਕਰਨਾ ਹੈਗਾ। ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਣਾ, ਮੈਂ ਨੌਕਰੀ ਕਰਨੀ, ਉਸ ਤੋਂ ਬਾਅਦ ਜਿੱਥੇ ਮਰਜ਼ੀ ਕਰ ਦਿਓ ਤੁਸੀਂ। ਅਤੇ ਵੀ ਚਲੋ ਜੀ ਉਹਨਾਂ ਨੇ ਕਹਿ ਕੋ ਆ ਕੇ ਮੇਰੇ ਮੈਡਮ ਵੀ ਮੇਰੇ ਘਰ ਆਏ ਅਤੇ ਉਹਨਾਂ ਨੇ ਫਿਰ ਕੰਟੀਨਿਊ ਮੈਂ +2 ਤੱਕ ਕੀਤੀ। +2 ਤੋਂ ਬਾਅਦ ਜਦੋਂ ਤੇ ਇਹਨਾਂ ਨੇ ਫਾਈਨਲ ਕਰ ਲਿਆ ਕਿ ਹੁਣ ਵਿਆਹ ਕਰ ਹੀ ਦੇਣਾ ਹੈਗਾ, ਅਤੇ ਫਿਰ ਵੀ ਮੈਂ ਨਹੀਂ ਮੰਨੀ। ਉਸ ਦਿਨ ਮੈਨੂੰ ਪਤਾ ਕਿ ਮੈਂ 2 ਮਹੀਨੇ ਇੱਕੋ ਸੂਟ ਪਾ ਕੇ, ਵਾਈਟ ਕਲਰ ਦਾ ਅਤੇ ਬਲੂ ਕਲਰ ਦਾ ਸੂਟ ਸੀ, ਅਤੇ ਉਹ 2 ਮਹੀਨਿਆਂ 'ਚ ਜਦੋਂ ਇੱਦਾਂ ਦੀ ਹਾਲਾਤ ਹੋ ਗਈ, ਕਾਲੇ ਰੰਗ ਦਾ ਹੋ ਗਿਆ ਸੀ। ਅਤੇ ਮੈਂ ਇੱਕੋ ਰੂਮ 'ਚ ਬੈਠੀ ਰਹਿੰਦੀ ਸੀ, ਉੱਥੇ ਰੋਣਾ, ਉੱਥੇ ਕੰਮ ਸਾਰਾ ਕਰਦੀ ਸੀ, ਕੰਮ ਕਰਕੇ ਰੂਮ 'ਚ ਬੈਠੇ ਰਹਿਣਾ। ਮੈਂ ਇੱਕ ਕਮਰੇ ਵਿੱਚ ਬੰਦ ਕੀਤਾ ਕਿ ਮੈਂ ਗੇਮ ਕਰਨੀ ਹੈ। ਅਤੇ ਮੇਰੇ ਪਿੰਡ ਦੇ ਜਿੰਨੇ ਲੋਕ ਸੀ ਆਉਂਦੇ ਸੀ, ਸਮਝਾਉਂਦੇ ਸੀ ਮੰਮੀ ਨੂੰ ਕਰਨ ਦਿਓ, ਕੁੜੀ ਜੇ ਕੁਛ ਕਰਨਾ ਚਾਹੁੰਦੀ ਹੈ। ਬਿਟਵੀਨ ਸਾਡੀ ਜਿਹੜੀ ਭੂਆ ਜੀ ਸੀ, ਉਹ ਭੂਆ ਜੀ ਆਏ। ਭੂਆ ਜੀ ਨੇ ਉਹ ਕਿਹਾ ਕਿ ਪਾਪਾ ਨੇ ਕਿਹਾ ਕਿ ਇਹਨੂੰ ਸਮਝਾਓ ਭੈਣ ਜੀ, ਇਹ ਨਹੀਂ ਕਹਿਣਾ ਮੰਨਦੀ ਕਿਸੇ ਦਾ। ਫਿਰ ਭੂਆ ਜੀ ਨੇ ਮੈਨੂੰ ਸਮਝਾਇਆ, ਕਿਉਂਕਿ ਮੈਂ ਆਪਣੀ ਭੂਆ ਜੀ ਨਾਲ ਬੜਾ ਪਿਆਰ ਕਰਦੇ ਸੀ। ਭੂਆ ਜੀ ਕਹਿੰਦੇ ਤੂੰ ਦੱਸ ਕੁੜੀਏ ਕੀ ਚਾਹੁੰਦੀ ਹੈ। ਮੈਂ ਕਿਹਾ ਮੈਂ ਪੜ੍ਹਨਾ ਅਤੇ ਖੇਡਣਾ, ਬਸ ਮੈਂ ਕੁਛ ਨਹੀਂ ਕਰਨਾ, ਮੈਨੂੰ ਪੜ੍ਹਾਓ ਅਤੇ ਖਿਡਾਓ। ਅਤੇ ਫਿਰ ਕਿਉਂਕਿ ਉਹ ਪੇਪਰ +2 ਦੇ ਪੇਪਰ ਬਾਅਦ 2-3 ਮਹੀਨੇ ਦੀ ਛੁੱਟੀਆਂ ਹੁੰਦੀਆਂ ਸੀ। ਮੇਰੀ ਭੂਆ ਜੀ ਮੈਨੂੰ ਜੰਮੂ ਲੈ ਗਏ। ਜੰਮੂ ਮੈਂ ਲੈ ਕੇ ਉਹਨਾਂ ਨੇ ਵੇਖਿਆ ਕਿ ਮੇਰਾ ਫਿਰ ਵੀ ਜਿਹੜਾ ਰੁਝਾਨ ਹੈ ਨਹੀਂ ਕੀਤਾ, ਮੇਰਾ ਮਾਇੰਡ ਨਹੀਂ ਹੋਇਆ, ਨਾ ਚੇਂਜ ਨਹੀਂ ਕਰ ਪਾਏ। ਫਿਰ ਉਹਨਾਂ ਨੇ ਕਿਹਾ ਲਾਸਟ ਵਿੱਚ ਤਰਸੇਮ ਕਰਵਾ ਦੇ ਕੁੜੀ। ਮੇਰੇ ਪਾਪਾ ਦਾ ਨਾਮ ਤਰਸੇਮ ਹੈ, ਅਤੇ ਉਹ ਕਹਿੰਦੇ ਤਰਸੇਮ ਤੁਸੀਂ ਕਰਾ ਦਿਓ ਕੁੜੀ ਨੂੰ ਗੇਮ, ਇਹਨੇ ਨਹੀਂ ਹਟਣਾ, ਇਹਦੀ ਲਗਨ ਹੈ ਲੱਗੀ ਹੋਈ। ਅਤੇ ਉਹਨਾਂ ਨੇ ਫਿਰ ਮੇਰੇ ਜਿਹੜੇ ਕੁਲਦੀਪ ਮੈਡਮ ਸੀ ਉਹ ਮੇਰੇ ਘਰ ਆਏ, ਅਤੇ ਜਿੰਨੇ ਵੀ ਪਿੰਡ ਦੇ ਪੰਚ ਸੀ, ਉਸ ਟਾਈਮ 5 ਪੰਚ ਸੀ ਅਤੇ 1 ਸਰਪੰਚ ਸੀ, ਉਹ ਬੁਲਾਏ। ਅਤੇ ਮੈਡਮ ਨੇ ਉਸ ਦਿਨ ਆਪਣੀ ਜ਼ਿੰਮੇਵਾਰੀ 'ਤੇ ਮੈਨੂੰ ਆਪਣੇ ਕਾਲਜ ਆਰੀਆ ਕਾਲਜ ਵਿੱਚ ਐਡਮਿਸ਼ਨ ਕਰਵਾਈ। ਭਾਈ ਸਾਹਿਬ ਇਹ ਮੇਰੀ ਜ਼ਿੰਮੇਵਾਰੀ ਹੈ ਕੁੜੀ, ਜਦ ਤੱਕ ਇਹ ਕੁੜੀ ਸਟੈਂਡ ਨਹੀਂ ਹੁੰਦੀ ਤਦ ਤੱਕ ਇਹ ਮੇਰੀ ਜ਼ਿੰਮੇਵਾਰੀ, ਇਹ ਮੇਰੀ ਧੀ ਹੈ। ਤੁਸੀਂ ਨਾ ਇਹਦਾ ਕੋਈ ਖਰਚਾ ਪਾਣੀ ਕਰਨਾ, ਨਾ ਕੁਛ ਇਹਦੇ ਨਾਲ ਕੋਈ ਵੀ ਜੋ ਵੀ ਇਹਨੂੰ ਰਿਕੁਆਇਰਮੈਂਟ ਹੈ ਮੈਂ ਇਹਦੀਆਂ ਪੂਰੀ ਕਰਾਂਗਾ, ਬਸ ਤੁਸੀਂ ਇਸ ਕੁੜੀ ਨੂੰ ਦੇ ਦਿਓ, ਇਹ ਬਹੁਤ ਵਧੀਆ ਪਲੇਅਰ ਹੈ, ਬਹੁਤ ਵਧੀਆ ਬੱਚਾ ਤੁਹਾਡਾ ਬਣਨ ਵਾਲਾ ਹੈਗਾ। ਅਤੇ ਉਹ ਮੇਰੀ ਜ਼ਿੰਦਗੀ ਦਾ ਬੜਾ ਟਵਿਸਟਿੰਗ ਹੈ। ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਜੀ। ਉਸ ਤੋਂ ਬਾਅਦ ਮੈਂ BPEd ਕੀਤੀ ਹੈ, ਬਾਕਸਿੰਗ ਜੁਆਇਨ ਕਰ ਲਈ। ਅਤੇ ਜਿਹੜਾ ਅੱਜ ਮੇਰੀ ਜੋ ਪਹਿਚਾਣ ਹੈ ਸਰ, ਮੇਰੇ ਇੱਕ ਤਾਂ ਕੁਲਦੀਪ ਮੈਡਮ, ਦੂਜਾ ਮੇਰੀ ਬਾਕਸਿੰਗ, ਇਹਨਾਂ ਕਰਕੇ ਮੈਂ ਜਾਣੀ ਹਾਂ ਸਾਰੇ ਕਿਤੇ। ਅੱਜ ਜੋ ਵੀ ਹੈ ਸਿਰਫ ਲక్ష్ਮੀ ਸਿਰਫ ਬਾਕਸਿੰਗ ਕਰਕੇ ਹੈ। ਔਰ ਬਾਕਸਿੰਗ ਕਰਕੇ ਮੈਂ ਸਰ ਸਭ ਤੋਂ ਵੱਡਾ ਇਹ ਦੱਸਣਾ ਚਾਹੁੰਦੀ ਕਿ ਮੇਰੇ 'ਚ ਇੰਨਾ ਚੇਂਜ ਆਇਆ, ਮੇਰੀ ਲਾਈਫ 'ਚ ਇੰਨਾ ਚੇਂਜ ਆਇਆ। ਮੈਂ ਬਹੁਤ ਡਰੂ ਸੀ, ਬਹੁਤ ਡਰਪੋਕ ਸੀ। ਮੈਂ ਡਰਦੀ ਸੀ ਜਿੱਥੇ ਵੀ 4 ਲੜਕੇ ਖੜੇ ਹੋਣਾ, ਮੈਂ ਉੱਥੋਂ ਭੱਜ ਜਾਣਾ ਕਿ ਪਤਾ ਨਹੀਂ ਇਹ ਕੀ ਕਹਿਣਗੇ। ਅੱਜ 100 ਬੰਦਾ ਵੀ ਖੜਾ ਹੋਏ, ਜੈਂਟਸ ਖੜਾ ਹੋਇਆ, ਮੈਂ ਬਿਲਕੁਲ ਨਹੀਂ ਡਰਦੀ। ਮੈਂ ਕਿਉਂਕਿ ਉਹਨਾਂ ਵਿੱਚ ਕੰਮ ਕਰਦੀ ਹਾਂ। ਪੰਜਾਬ ਦੀ ਮੈਂ ਇਕੱਲੀ ਫੀਮੇਲ ਬਾਕਸਰ ਸੀ ਪਹਿਲਾਂ, ਫਿਰ ਫੀਮੇਲ ਕੋਚ ਹੈ ਇਕੱਲੀ, ਔਰ ਅੱਜ ਆਫੀਸ਼ੀਅਲ ਕਿ ਜਿਹੜੀ ਇਕੱਲੀ ਸਾਰੇ ਆਫੀਸ਼ੀਅਲ ਵਿੱਚ ਕੰਮ ਕਰਦੀ ਹੈਗੀ ਹੈ। ਸਰ ਬਸ ਮੈਂ ਹੁਣ ਤੱਕ ਜਿੰਨਾ ਵੀ ਮੇਰਾ ਉਸ ਤੋਂ ਬਾਅਦ ਜਿਹੜਾ ਮੇਰਾ ਸਟਰਗਲ ਸੀ, ਇਹ ਮੈਂ ਤੁਹਾਨੂੰ ਦੱਸਣੀ ਆ। ਮੈਂ ਆਪਣੇ 2001 'ਚ ਜਦੋਂ ਮੈਂ ਥਾਈਲੈਂਡ ਖੇਲ ਕੇ ਆਈ ਹਾਂ, ਉਸ ਤੋਂ ਬਾਅਦ ਏਸ਼ੀਅਨ ਆਪਣੇ ਵਰਲਡ ਚੈਂਪੀਅਨਸ਼ਿਪ ਸੀ USA ਵਿੱਚ, ਉਹਦੇ ਟਰਾਇਲ ਸੀ। ਨੈਚੁਰਲੀ ਮੇਰਾ ਮੈਡਲ ਸੀ, ਮੈਂ ਸਿਲੈਕਟ ਸੀ।
ਪਰ 2 ਦਿਨ ਪਹਿਲਾਂ ਇੱਕ ਲੜਕੀ ਨੇ ਮੇਰੇ ਹਰਿਆਣੇ ਦੀ ਲੜਕੀ ਸੀ, ਉਹਨੇ ਮੇਰੇ ਸਿਰ ਮਾਰ ਕੇ ਮੇਰੇ ਹੈਡ ਇੰਜਰੀ ਕਰਤੀ ਸੀ। ਉਹਦੇ ਵਿੱਚ ਇਹ ਹੈ ਕਿ ਮੈਨੂੰ 1 ਤੇ 2 ਮਹੀਨੇ ਬਿਲਕੁਲ ਕੰਪਲੀਟ ਰੈਸਟ ਕਰਕੇ ਮੇਰੇ 16 ਸਟਿਚਸ ਲੱਗੇ ਸੀ, ਤੇ ਜਿਹਦੇ ਕਰਕੇ ਮੈਂ ਗੇਮ ਨੂੰ ਕੰਟੀਨਿਊ ਨਹੀਂ ਕਰ ਪਾਈ। ਉਸ ਤੋਂ ਬਾਅਦ ਮੈਂ ਰਿਕਵਰ ਕਰਕੇ ਸਾਲ ਮਗਰੋਂ ਆਪਣੇ ਹੈਦਰਾਬਾਦ ਹੋਈਆਂ ਸੀ ਨੈਸ਼ਨਲ ਗੇਮਸ, ਉਹ 'ਚ ਭਾਗ ਲਿਆ, ਉਹ 'ਚ ਮੇਰਾ ਬ੍ਰੌਂਜ਼ ਮੈਡਲ ਆਇਆ ਸੀ। ਤੇ ਫਿਰ ਉਸ ਤੋਂ ਬਾਅਦ ਪਰ ਜੋ ਮੈਂ ਚਾਹੁੰਦੀ ਸੀ ਉਹ ਕੰਟੀਨਿਊ ਨਹੀਂ ਹੋਇਆ, ਕਿਉਂਕਿ ਜਦੋਂ ਵੀ ਪੰਚ ਲੱਗਦਾ ਸੀ ਉੱਥੇ ਕੱਟ ਫੇਰ ਲੱਗ ਜਾਂਦਾ ਸੀ। ਫਿਰ ਮੇਰਾ ਇੱਕ ਜਿਹੜਾ ਅਧੂਰਾ ਸੁਪਨਾ ਸੀ ਵਰਲਡ ਚੈਂਪੀਅਨਸ਼ਿਪ ਦਾ, ਫਿਰ ਮੈਂ NIS 2004 ਤੋਂ ਜਦੋਂ ਕੀਤੀ ਹੈ, ਉਸ ਤੋਂ ਬਾਅਦ ਮੈਂ ਜੀ ਫ੍ਰੀ ਆਫ ਕੋਸਟ 2004 ਤੋਂ ਲੈ ਕੇ 2008 ਤੱਕ ਫ੍ਰੀ ਆਫ ਕੋਸਟ ਕੋਚਿੰਗ ਦਿੱਤੀ ਹੈ ਬੱਚਿਆਂ ਨੂੰ। ਪਹਿਲਾਂ ਮੈਂ ਪਠਾਨਕੋਟ ਸੈਂਟਰ ਸ਼ੁਰੂ ਕੀਤਾ, ਉੱਥੇ ਬॉयज़ ਦਾ ਸ਼ੁਰੂ ਕੀਤਾ। ਬॉयज़ ਤੋਂ ਬਾਅਦ ਮੈਂ 2005-6 ਵਿੱਚ ਸੀ ਆਪਣੇ ਡੇਰਾ ਬਾਬਾ ਨਾਨਕ ਵਿੱਚ ਬੱਚੀਆਂ ਨੂੰ, ਲੜਕੀਆਂ ਨੂੰ ਜਿਹੜੀ ਕੋਚਿੰਗ ਦੇਣਾ ਸ਼ੁਰੂ ਕੀਤੀ। ਉਹਦਾ ਇਹ ਹੋ ਗਿਆ ਸਰ ਕਿ ਅੱਜ ਉੱਥੋਂ ਦੀਆਂ ਲੜਕੀਆਂ ਇੰਟਰਨੈਸ਼ਨਲ ਲੈਵਲ ਤੱਕ ਪਰਫੋਰਮ ਕੀਤਾ। ਪੰਜਾਬ ਦੀ ਮੇਰੇ ਤੋਂ ਬਾਅਦ ਮੇਰੇ ਸੈਂਟਰ ਦੀ ਕੁੜੀ ਜਿਹੜੀ ਹੈ ਨੀਰਜ ਬਾਲਾ ਨੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਜਿਹੜੀ ਹੈਗੀ ਹੈ ਅੰਟਾਲੀਆ ਵਿਖੇ ਉਸਨੇ ਭਾਗ ਲਿਆ, ਔਰ ਆਪਣੇ ਭਾਰਤ ਦੀ ਬੈਸਟ ਬਾਕਸਰ ਵੀ ਉਹ ਚੁਣੀ ਗਈ। ਸਰ ਬਿਲਕੁਲ ਜੀ, ਮੈਂ ਡਾਈਟ ਬਾਰੇ ਕਹਾਂਗੇ ਕਿ ਸਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਸ ਟਾਈਮ ਡਾਈਟ ਦਾ ਬਿਲਕੁਲ ਨਹੀਂ ਸੀ ਪਤਾ ਸੀ। ਜੋ ਅਸੀਂ ਘਰ ਦਾ ਖਾਂਦੇ ਸੀ, ਕਿਉਂਕਿ ਘਰ ਦੀਆਂ ਮੱਝਾਂ ਸੀ, ਘਰ ਦਾ ਦੁੱਧ ਸੀ, ਮੱਖਣ ਸੀ, ਦਹੀਂ ਸੀ, ਅਤੇ ਮਤਲਬ ਮੈਂ ਇਹ ਕਹਿ ਸਕਦੀ ਹਾਂ ਕਿ ਮੈਨੂੰ ਉਸ ਟਾਈਮ ਮੈਂ ਕਿਸੇ ਡਾਈਟ ਨੂੰ ਪ੍ਰੈਫਰ ਨਹੀਂ ਕੀਤਾ, ਮੈਂ ਆਪਣੇ ਜਨੂਨ ਨੂੰ ਪ੍ਰੈਫਰ ਕੀਤਾ। ਕਿਉਂਕਿ ਜੇ ਅੰਦਰ ਤੁਹਾਡੇ ਕੁਛ ਬਣਨ ਦਾ ਜਾਂ ਕਰਨ ਦਾ ਜਜ਼ਬਾ ਹੈਗਾ, ਉੱਥੇ ਡਾਈਟ ਵੀ ਨਹੀਂ ਕੋਈ ਮੈਟਰ ਕਰਦੀ। ਅਤੇ ਡਾਈਟ ਸਾਡਾ ਉਹੀ ਦਾਲ ਫੁਲਕਾ ਸੀ, ਬਸ ਇੱਕ ਕਰਨ ਦੀ ਇੱਛਾ ਸੀ ਕਿ ਮੈਂ ਕੁਛ ਵੱਖਰਾ ਦੁਨੀਆ 'ਚ ਕਰਕੇ ਜਾਣਾ। ਸਰ ਮੈਂ ਉਹਨਾਂ ਦੇ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਅੱਜ ਦੇ ਜਿਹੜੇ ਬੱਚੇ ਹੈ ਬਹੁਤ ਸੋਲ ਹੋ ਚੁੱਕੇ ਹੈ, ਪੇਰੈਂਟਸ ਨੇ ਬਹੁਤ ਸੋਲ ਕਰਤਾ ਉਹਨਾਂ ਨੂੰ, ਕਿਉਂਕਿ ਹਰ ਚੀਜ਼ ਉਹਨਾਂ ਨੂੰ ਘਰ ਬਿਸਤਰੇ 'ਤੇ ਬੈਠ ਕੇ ਪ੍ਰੋਵਾਈਡ ਹੈ। ਉਹਨਾਂ ਨੂੰ ਮਿਹਨਤ ਕਰਨ ਦਾ ਜਿਹੜਾ ਜਜ਼ਬਾ ਉਹ ਖਤਮ ਹੋ ਗਿਆ ਉਹਨਾਂ ਦੇ ਅੰਦਰ। ਇਸ ਕਰਕੇ ਉਹ ਜਦੋਂ ਉਹਨਾਂ ਨੂੰ ਲੱਗਦਾ ਕਿ ਮੈਂ ਇਹ ਮਿਹਨਤ ਪ੍ਰੋਪਰ ਨਹੀਂ ਕਰ ਪਾ ਰਿਹਾ ਜਾਂ ਉਸ ਟਾਰਗੇਟ ਵੱਲ ਨਹੀਂ ਪਹੁੰਚ ਰਿਹਾ, ਉਹ ਗੇਮ ਛੱਡ ਰਿਹਾ, ਕਿਉਂਕਿ ਉਹਨਾਂ 'ਚ ਟੋਲਰੈਂਸ ਪਾਵਰ ਖਤਮ ਹੈਗੀ ਹੈ। ਕਿਉਂਕਿ ਉਹ ਜਦੋਂ ਹਰ ਬੱਚੇ ਨੂੰ ਹਰ ਚੀਜ਼ ਮਿਲ ਰਹੀ ਹੈ, ਨੈਚੁਰਲੀ ਉਹਨੂੰ ਜਦੋਂ ਉਹ ਚੀਜ਼ ਉਹ ਟਾਰਗੇਟ ਨਹੀਂ ਮਿਲਦਾ ਤੇ ਉਸ ਚੀਜ਼ ਤੋਂ ਗਿਵ ਕਰ ਦਿੰਦਾ। ਅਤੇ ਜਿਹੜੇ ਪਹਿਲਾਂ ਦੇ ਬੱਚੇ ਸੀ ਸਾਡੇ ਵਰਗੇ, ਅਸੀਂ ਬੱਚੇ ਹੈਗੇ ਸਟਰਗਲਰ, ਸਾਨੂੰ ਲਾਈਫ 'ਚ ਕੁਛ ਨਹੀਂ ਮਿਲਿਆ, ਅਸੀਂ ਆਪਣੀ ਹੋਂਦ ਆਪ ਬਣਾਈ ਹੈਗੀ ਹੈ। ਸਰ ਸਟਰਗਲ ਤਾਂ ਹਰ ਗੇਮ 'ਚ ਹੈ ਜੀ, ਵਿਦਆਊਟ ਸਟਰਗਲ ਤੁਸੀਂ ਕੋਈ ਵੀ ਜਿਹੜਾ ਆਪਣਾ ਲੈਵਲ ਅਚੀਵ ਨਹੀਂ ਕਰ ਸਕਦੇ। ਅਤੇ ਬਾਕੀ ਇਹ ਅੱਜ ਦੇ ਬੱਚੇ ਬਹੁਤ ਲੱਕੀ ਹੈ ਕਿ ਇਹਨਾਂ ਕੋਲ ਹਰ ਫੈਸਿਲਿਟੀ, ਹਰ ਕੋਚ, ਹਰ ਇੱਕ ਉਹ ਸੁਵਿਧਾ ਹੈਗੀਆਂ ਜਿਹੜੀਆਂ ਸਾਡੇ ਕੋਲ ਨਹੀਂ ਸੀ। ਅਤੇ ਬਸ ਇੱਕ ਮਿਹਨਤ ਦੀ ਲੋੜ ਹੈ, ਬੱਚੇ 'ਚ ਉਹ ਜਨੂਨ ਆ ਜਾਏ। ਅਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਭਾਰਤ ਹੈ ਅੱਜ ਮੈਡਲ ਜਿਹੜੀ ਟੈਲੀ ਵਿੱਚ ਸਭ ਤੋਂ ਨੀਚੇ ਹੈ, ਉਹ ਆਉਣ ਵਾਲੇ ਸਮੇਂ ਵਿੱਚ ਓਲੰਪਿਕ 'ਚ ਵੀ ਸਾਡੇ ਮੈਡਲ ਟੈਲੀ ਵਿੱਚ ਉੱਪਰ ਹੋਏਗਾ। ਮੇਰਾ ਜਿਹੜਾ ਕੋਚਿੰਗ ਸੈਂਟਰ ਸੀ 7 ਕਿਲੋਮੀਟਰ ਦੂਰ ਸੀ, ਬਹੁਤ ਦੂਰ ਸੀ, ਔਰ ਇੱਕ ਬਹੁਤ ਸਭ ਤੋਂ ਵੱਡਾ ਗੱਲ ਹੈ ਕਿ ਸੁਨਸਾਨ ਰਸਤਾ ਹੋਣ ਕਰਕੇ ਉਦੋਂ ਝਾੜੀਆਂ ਵਿੱਚ ਸਾਡੇ ਇੱਕ ਛੋਟੀ ਜਿਹੀ ਖੱਡ ਵੀ ਆਉਂਦੀ ਸੀ, ਜਿਸ 'ਚ ਪਾਣੀ ਹਮੇਸ਼ਾ ਭਰਿਆ ਹੀ ਰਹਿੰਦਾ ਸੀ, ਉਹਨੂੰ ਕ੍ਰੋਸ ਕਰਕੇ ਜਾਣਾ ਪੈਂਦਾ ਸੀ। ਅੱਜ ਉੱਥੇ ਪੁਲ ਬਣ ਗਿਆ, ਪਰ ਉਹ ਆਪਾਂ ਗ੍ਰੈਜੂਏਸ਼ਨ ਤੱਕ ਉਹ ਪੁਲ ਨੂੰ ਹਮੇਸ਼ਾ ਲੰਘਦੇ ਗਏ ਆ, ਮਤਲਬ ਉਸ ਪਾਣੀ ਨੂੰ ਕ੍ਰੋਸ ਕਰਦੇ ਗਿਆ। ਅਤੇ ਉਹ ਜਿਹੜਾ ਸਟਰਗਲ ਹੈ ਸਰ, ਤੁਸੀਂ ਮੰਨੋ ਕਿ ਮੈਂ 6 ਟਾਈਮ ਜਾਂਦੀ ਸੀ, ਔਰ 7 ਕਿਲੋਮੀਟਰ ਡੇਲੀ ਮੇਰਾ ਅਪ ਡਾਊਨ ਸੀ। ਨੈਚੁਰਲੀ ਉਹਦੇ ਨਾਲ ਮੇਰੀ ਵਿਲ ਪਾਵਰ ਵੀ ਸਟਰੋਂਗ ਸੀ, ਮੇਰੇ ਮਸਲ ਜਿਹੜੇ ਸੀ ਬਹੁਤ ਡਿਵੈਲਪ ਸੀ, ਕਿਉਂਕਿ ਇੰਨਾ ਸਾਈਕਲ ਚਲਾਇਆ, ਵੈਸੇ ਫਿਟਨੈਸ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਸੀ। ਪਰ ਅੱਜ ਕੱਲ੍ਹ ਦੇ ਬੱਚੇ ਹੈ ਜਿਹੜੇ ਗੱਡੀਆਂ 'ਤੇ ਆ ਰਹੇ ਆ, ਪੇਰੈਂਟਸ ਗੱਡੀਆਂ 'ਤੇ ਛੱਡ ਰਹੇ ਹੈਗੇ ਆ, ਕੋਈ ਉਹਨਾਂ ਨੂੰ ਸਟਰਗਲ ਨਹੀਂ ਕਰ ਰਿਹਾ, ਕਿਉਂਕਿ ਅੱਜ ਦਾ ਥੋੜ੍ਹਾ ਜਿਹਾ ਸਰ ਮਾਹੌਲ ਵੀ ਥੋੜ੍ਹਾ ਚੇਂਜ ਹੈ। ਪਹਿਲਾਂ ਥੋੜ੍ਹਾ ਸੇਫ ਮਾਹੌਲ ਸੀ, ਆਪਾਂ ਕਹਿੰਦੇ ਹਾਂ ਕਿ ਅੱਜ ਸੇਫ ਹੈ, ਨਹੀਂ, ਮੈਨੂੰ ਲੱਗਦਾ ਕਿ ਪਹਿਲੇ ਵਾਲਾ ਸੇਫ ਸੀ ਮਾਹੌਲ। ਅਸੀਂ ਆਪਣੇ ਚਾਚੇ ਤਾਇਆ ਗੁਆਂਢੀਆਂ ਦੇ ਘਰ ਵੀ ਚਲੇ ਜਾਂਦੇ ਸੀ, ਪਰ ਅੱਜ ਦਾ ਜਿਹੜਾ ਮਾਹੌਲ ਹੈ ਬਹੁਤ ਕਿ ਇੱਦਾਂ ਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਆਪਾਂ ਬਾਹਰ ਵੀ ਨਹੀਂ ਕੱਢ ਸਕਦੇ। ਅਤੇ ਗੇਮ ਵਾਸਤੇ ਤਾਂ ਬਾਹਰ ਆਉਣੇ ਪੈਣਾ ਤੁਹਾਨੂੰ। ਸਟਰਗਲ ਹੈਗਾ ਸਰ, ਬਹੁਤ ਹੈ, ਪਰ ਜੇ ਤੁਹਾਡਾ ਡੈਡੀਕੇਸ਼ਨ ਨਾਲ ਤੁਸੀਂ ਕੋਈ ਕੰਮ ਕਰਨਾ ਹੈਗਾ ਅਤੇ ਮੈਨੂੰ ਲੱਗਦਾ ਪਰਮਾਤਮਾ ਵੀ ਤੁਹਾਡੇ ਨਾਲ ਉੱਥੇ ਆ ਕੇ ਖੜਾ ਹੋ ਜਾਂਦਾ। ਮੈਂ ਸਾਰੀ ਲੜਕੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਬੇਟੇ ਜੇ ਤੁਸੀਂ ਗੇਮ ਕਰਨੀ ਹੈ ਅਤੇ ਜਿਹੜੇ ਆਪਣਾ ਮੇਨ ਬੇਟਾ ਟਾਰਗੇਟ ਇੱਕ ਰੱਖੋ। ਸਭ ਤੋਂ ਪਹਿਲਾਂ ਇੱਕੋ ਗੱਲ ਦਾ ਡਰ ਹੁੰਦਾ ਬੇਟਾ, ਇੱਜ਼ਤ। ਅਤੇ ਜੇ ਤੁਸੀਂ ਆਪਣੇ ਪੇਰੈਂਟਸ ਦੀ, ਆਪਣੇ ਬ੍ਰਦਰ ਦੀ ਇੱਜ਼ਤ ਬਣਾ ਕੇ ਰੱਖਦੇ ਹੋ, ਮੈਨੂੰ ਲੱਗਦਾ ਕਿ ਹਰ ਬੰਦਾ ਤੁਹਾਡੇ ਨਾਲ ਬੇਟਾ ਜੁੜ ਜਾਂਦਾ ਹੈ। ਕਿਉਂਕਿ ਮੇਰੇ ਫਾਦਰ ਸਾਹਿਬ ਨੇ ਜਦੋਂ ਮੈਂ ਗੇਮ ਸ਼ੁਰੂ ਕੀਤੀ ਸੀ ਅਤੇ ਇੱਕੋ ਗੱਲ ਕਹੀ ਸੀ, ਬੇਟਾ ਮੈਨੂੰ ਤੇਰਾ ਲਾਂਭਾ ਨਹੀਂ ਆਉਣਾ ਚਾਹੀਦਾ। ਅਤੇ ਮੇਰਾ ਇੱਕੋ ਵਰਡ ਸੀ, ਪਾਪਾ ਜੀ ਜੇ ਮੇਰਾ ਕੋਈ ਲਾਂਭਾ ਆਇਆ ਤਾਂ ਤੁਸੀਂ ਮੇਰੇ ਟੋਟੇ ਕਰਕੇ ਨਹਿਰ 'ਚ ਪਾ ਦਿਓ, ਮੈਂ ਸੀ ਨਹੀਂ ਕਰਾਂਗਾ। ਉਹ ਮੇਰੇ ਫਾਦਰ ਸਾਹਿਬ ਨੇ ਵੀ ਮੇਰੇ 'ਤੇ ਵਿਸ਼ਵਾਸ ਰੱਖਿਆ ਅਤੇ ਮੈਂ ਵੀ ਉਹਨਾਂ ਦਾ ਵਿਸ਼ਵਾਸ ਬਣਾ ਕੇ ਰੱਖਿਆ। ਮੇਰਾ ਵਿਆਹ 35 ਈਅਰ 'ਚ ਹੋਇਆ,
ਕਿ ਮੈਂ ਕਦੀ ਵਿਆਹ ਵੱਲੋਂ ਸੋਚਿਆ ਵੀ ਨਹੀਂ ਬੇਟਾ, ਇਸ ਚੀਜ਼ ਨੂੰ ਭੁੱਲ ਗਈ ਸੀ ਕਿ ਵਿਆਹ ਵੀ ਕੋਈ ਚੀਜ਼ ਹੁੰਦੀ ਹੈ। ਮੇਰਾ ਮੋਟਿਵ ਸਿਰਫ ਸੀ ਗੇਮ ਗੇਮ ਗੇਮ, ਅਤੇ ਉਸੇ ਗੇਮ ਨਾਲ ਅੱਜ ਵੀ ਮੈਂ ਜੁੜੀ ਹੋਈ ਹਾਂ। ਮੇਰੇ ਹਸਬੈਂਡ ਵੀ ਕੋਚ ਹੈ, ਮੇਰਾ ਬੇਟਾ 7 ਈਅਰ ਦਾ ਹੈ, ਉਹ ਵੀ ਅੱਜ ਇਸ ਚੀਜ਼ ਦੇ ਨਾਲ ਮੇਰੇ ਨਾਲ ਜੁੜ ਗਿਆ ਕਿ ਮੰਮਾ ਨੇ ਹੋਰ ਹਫਤੇ ਬਾਅਦ ਅੱਜ ਇਸ ਟੂਰਨਾਮੈਂਟ ਦੇ ਆ, ਅੱਜ ਮੰਮਾ ਉਸ ਟੂਰਨਾਮੈਂਟ ਦੇ ਆ, ਕਿ ਮਤਲਬ ਇਹ ਜਿਹੜਾ ਮੇਰਾ ਸਟਰਗਲ ਮੇਰੇ ਹਸਬੈਂਡ ਔਰ ਬੱਚਾ ਵੀ ਮੇਰੇ ਨਾਲ ਕਰ ਰਿਹਾ, ਕਿਉਂਕਿ ਉਹਨਾਂ ਦੇ ਸਪੋਰਟ ਤੋਂ ਬਿਨਾਂ ਮੈਂ ਕੋਈ ਕੰਮ ਨਹੀਂ। ਪਹਿਲਾਂ ਮੇਰੇ ਫਾਦਰ ਸਾਹਿਬ ਦਾ ਬਹੁਤ ਸਪੋਰਟ ਸੀ, ਅਤੇ ਅੱਜ ਮੇਰੇ ਹਸਬੈਂਡ ਦਾ ਅਤੇ ਮੇਰੇ ਬੱਚੇ ਦਾ ਸਭ ਤੋਂ ਵੱਧ ਸਪੋਰਟ ਹੈ, ਜਿਹੜਾ ਇੰਨਾ ਸੈਕਰੀਫਾਈਸ ਕਰ ਰਿਹਾ, ਤਾਂ ਹੀ ਇਸ ਗੇਮ ਨੂੰ ਮੈਂ ਕੰਟੀਨਿਊ ਕਰ ਰਹੀ ਹਾਂ। ਮੇਰੇ ਲਈ ਸੱਚੀ ਉਸ ਦਿਨ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਸੀ ਜਦੋਂ ਮੇਰਾ ਏਸ਼ੀਆ 'ਚ ਮੈਡਲ ਆਇਆ। ਅਤੇ ਮੇਰੀ ਮਦਰ ਮੈਨੂੰ ਇੱਕੋ ਗੱਲ ਕਹਿੰਦੀ ਸੀ, ਬੇਟਾ ਤੂੰ ਰੋਜ਼ ਹੀ ਟਰੈਕ ਸੂਟ ਪਾ ਕੇ ਸਵੇਰੇ ਵੀ ਚੱਲ ਜਾਂਦੀ ਆ, ਸ਼ਾਮੀ ਵੀ ਚੱਲ ਜਾਂਦੀ ਆ, ਕੀ ਕਰਦੀ ਰਹਿੰਦੀ ਆ? ਮੈਨੂੰ ਕੁਝ ਪਤਾ ਤਾਂ ਲੱਗਦਾ ਨਹੀਂ ਤੂੰ ਕੀ ਕਰਦੀ ਜਾਂਦੀ ਆ ਉੱਥੇ। ਅਤੇ ਜਦੋਂ ਮੇਰਾ ਏਸ਼ੀਆ 'ਚ ਮੈਡਲ ਆਇਆ ਅਤੇ ਮੈਨੂੰ ਸਾਰਿਆਂ ਨੇ ਰਿਸੀਵ ਕੀਤਾ ਰੇਲਵੇ ਸਟੇਸ਼ਨ 'ਤੇ, ਏਅਰਪੋਰਟ 'ਤੇ, ਅਤੇ ਮੇਰੇ ਪਿੰਡ ਵਾਲਿਆਂ ਨੇ ਢੋਲ ਵਜਾ ਕੇ ਮੇਰੇ ਗਲ 'ਚ ਪੈਸਿਆਂ ਦੇ ਹਾਰ ਪਾ ਕੇ ਅਤੇ ਸਨਮਾਨਿਤ ਕਰਕੇ ਪੂਰਾ ਜਦੋਂ ਮੈਨੂੰ ਘਰ ਤੱਕ ਲੈ ਕੇ ਆਏ, ਅਤੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਅਤੇ ਉਸ ਤੋਂ ਬਾਅਦ ਜੀ ਮੈਨੂੰ ਆਪਣੇ ਜਿਹੜੇ ਹੈਗੇ ਜੀ ਖੇਡ ਮੰਤਰੀ ਮੈਡਮ ਉਮਾ ਜੀ ਨੇ ਦਿੱਲੀ ਵਿੱਚ ਵਿਧਾਨ ਸਭਾ ਵਿੱਚ ਮੈਨੂੰ ਓਨਰ ਕੀਤਾ ਸੀ 1 ਲੱਖ ਰੁਪਏ ਨਾਲ। 2001 ਵਿੱਚ 1 ਲੱਖ ਰੁਪਈਆ ਬਹੁਤ ਮਾਇਨੇ ਰੱਖਦਾ ਸੀ ਸਾਡੇ ਲਈ, ਇੱਕ ਗਰੀਬ ਪਰਿਵਾਰ ਲਈ ਬਹੁਤ ਵੱਡਾ ਮਾਇਨੇ। ਅਤੇ ਜਦੋਂ ਮੇਰੀ ਮੰਮੀ ਮੇਰੇ ਨਾਲ ਸਟੇਜ 'ਤੇ ਉਹ ਪ੍ਰਾਈਜ਼ ਲੈਣਗੇ ਅਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ, ਅਤੇ ਮੈਨੂੰ ਇੱਕਦਮ ਉਹਨਾਂ ਨੇ ਮੈਡਮ ਦੇ ਸਾਹਮਣੇ, ਉਮਾ ਭਾਰਤੀ ਜੀ ਦੇ ਸਾਹਮਣੇ ਮੈਨੂੰ ਗਲੇ ਲਾਇਆ, ਅਤੇ ਉਹਨਾਂ ਨੇ ਕਿਹਾ ਬੱਚੇ ਸ਼ਾਬਾਸ਼, ਅੱਜ ਮੈਨੂੰ ਪਤਾ ਲੱਗਿਆ ਤੂੰ ਕੀ ਕਰਨਾ ਆਉਂਦੀ ਆ। ਅੱਜ ਮੇਰੇ ਜਿਹੜੇ 4 ਮੁੰਡੇ ਹੈ ਉਹਦੀ ਜਗ੍ਹਾ 'ਤੇ ਜੇ ਮੇਰੀ 4 ਕੁੜੀਆਂ ਹੁੰਦੀਆਂ ਤਾਂ ਸ਼ਾਇਦ ਮੇਰੀ ਲਾਈਫ ਹੀ ਅੱਜ ਕੁਛ ਹੋਰ ਹੋਣੀ। ਉਹਨਾਂ ਨੇ ਵੀ ਮੇਰਾ ਇੱਦਾਂ ਹੀ ਮਾਣ ਵਧਾਉਣਾ ਸੀ। ਬਹੁਤ ਡਰਾਸਟਿਕ ਚੇਂਜ ਸੀ ਉਸ ਤੋਂ ਬਾਅਦ। ਜਿਹੜੇ ਪੇਰੈਂਟਸ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਸੀ, ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਗੇਮ ਕਰਵਾਉਣੀ ਸ਼ੁਰੂ ਕੀਤੀ। ਮੇਰੇ ਘਰ 'ਚ ਬਹੁਤ ਚੇਂਜ ਆਇਆ ਜੀ, ਮੇਰੇ ਪਰਿਵਾਰ 'ਚ ਬਹੁਤ ਚੇਂਜ ਆਇਆ। ਜਿੱਥੇ ਮੇਰੇ ਘਰ ਦੇ 10ਵੀਂ ਤੋਂ ਬਾਅਦ ਕੁੜੀ ਦਾ ਵਿਆਹ ਕਰ ਦਿੰਦੇ ਸੀ, ਅਤੇ ਮੁੰਡੇ +2 ਤੋਂ ਬਾਅਦ ਸੁਨਿਆਰਿਆਂ ਦਾ ਕੰਮ ਕਰਕੇ ਉਹਨਾਂ ਦਾ ਵਿਆਹ ਕਰਦੇ, ਅੱਜ ਉਹ ਸਾਰੇ ਬੱਚੇ ਗ੍ਰੈਜੂਏਸ਼ਨ, ਕੋਈ PhD ਤੱਕ ਜਿਹੜੀਆਂ ਡਿਗਰੀਆਂ ਕਰ ਰਿਹਾ। ਅਤੇ ਸਰ ਇਹ ਬੜੇ ਹੁਣ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਉਹ ਜਿਹੜਾ ਚੇਂਜ ਵੇਖ ਕੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਸਟਰਗਲ ਵਾਸਤੇ ਇੱਕ ਬੰਦੇ ਨੂੰ ਪਹਿਲ ਕਰਨੀ ਪੈਂਦੀ ਹੈ, ਅਤੇ ਉਸ ਤੋਂ ਬਾਅਦ ਉਹ ਲੜੀ ਕੰਟੀਨਿਊ ਚੱਲਦੀ ਰਹਿੰਦੀ ਹੈ ਕਿ ਸਾਰੇ ਫਿਰ ਉਸ ਰਾਹ ਵੱਲ ਤੁਰਨਾ ਸ਼ੁਰੂ ਕਰ ਦਿੰਦੇ ਆ। ਮੇਰਾ ਸਭ ਤੋਂ ਜਿਹੜਾ ਵਧੀਆ ਐਕਸਪੀਰੀਅੰਸ ਹੈ ਸਰ ਡੇਰਾ ਬਾਬਾ ਨਾਨਕ, ਜਿੱਥੇ ਇੱਕ ਬਹੁਤ ਹੀ ਬੈਕਵਰਡ ਏਰੀਆ, ਜਿੱਥੇ ਕਿ ਕੁੜੀਆਂ ਸਿਰ ਤੋਂ ਚੁੰਨੀ ਵੀ ਨਹੀਂ ਲਾਉਂਦੇ ਸੀ। ਮੈਂ ਸਭ ਤੋਂ ਪਹਿਲਾਂ ਉੱਥੇ ਕੁੜੀਆਂ ਦੀ ਕੋਚਿੰਗ ਸ਼ੁਰੂ ਕੀਤੀ ਹੈ ਜੀ, ਔਰ ਉਹ ਲੜਕੀਆਂ ਬਹੁਤ ਫਾਈਟਰ ਹੈ ਜੀ, ਬਹੁਤ ਜ਼ਿਆਦਾ। ਔਰ ਉਹਨਾਂ ਨੇ ਵਿਦਿਨ ਮੈਨੂੰ 7th ਮੰਥ ਵਿੱਚ ਉਹਨਾਂ ਬੱਚਿਆਂ ਨੇ ਨੈਸ਼ਨਲ ਵਿੱਚ ਭਾਗ ਲਿਆ, ਔਰ 3 ਲੜਕੀਆਂ ਨੇ ਮੈਡਲ ਵੀ ਲਏ ਉੱਥੇ। ਔਰ ਉਸ ਇਲਾਕੇ ਵਾਸਤੇ ਬੜੇ ਮਾਣ ਵਾਲੀ ਗੱਲ ਸੀ, ਕਿਉਂਕਿ ਅੱਜ ਤੱਕ ਉੱਥੋਂ ਦੀਆਂ ਲੜਕੀਆਂ ਕਦੀ ਬਾਹਰ ਹੀ ਨਹੀਂ ਨਿਕਲੀਆਂ। ਅਤੇ ਅੱਜ ਮੈਨੂੰ ਪਤਾ ਕਿ ਜਦੋਂ ਲੜਕੀਆਂ ਮੈਂ ਘਰੋਂ ਕਿਉਂਕਿ ਸਰ ਕਿਸੇ ਵੀ ਚੀਜ਼ ਨੂੰ ਸ਼ੁਰੂ ਕਰਨਾ ਔਖਾ ਹੈ, ਸਭ ਤੋਂ ਔਖਾ ਸ਼ੁਰੂ ਕਰਨਾ। ਜਦੋਂ ਸ਼ੁਰੂ ਹੋ ਜਾਂਦਾ ਫਿਰ ਤੁਹਾਡੇ ਨਾਲ ਲੋਕ ਜੁੜਦੇ ਜਾਂਦੇ ਆ। ਅਤੇ ਮੈਨੂੰ ਪਤਾ ਕਿ ਘਰ ਘਰ ਜਾ ਕੇ ਮੈਂ ਉਹਨਾਂ ਦੇ ਪੇਰੈਂਟਸ ਨੂੰ ਮਨਾਉਣਾ। ਇੱਕ ਤਾਂ ਸਾਡੀ ਗੇਮ ਬਹੁਤ ਡਿਫੀਕਲਟ ਹੈਗੀ ਹੈ, ਕਿਉਂਕਿ ਇੰਜਰੀ ਵਾਲੀ ਗੇਮ ਹੈ, ਉਨੀ ਨਹੀਂ ਹੈ ਪਰ ਹੈ। ਅਤੇ ਇਸ ਗੇਮ 'ਚ ਆਉਣ ਵਾਸਤੇ ਮਤਲਬ ਬਹੁਤ ਮੈਂ ਮੋਟੀਵੇਟ, ਮੈਂ ਪੇਰੈਂਟਸ ਨੂੰ ਸਮਝਾਇਆ ਕੁਛ ਨਹੀਂ ਹੁੰਦਾ। ਮਤਲਬ ਕੁਛ ਦੇ ਸਵਾਲ ਇੱਦਾਂ ਦੇ ਵੀ ਆਏ ਕਿ ਮੈਡਮ ਜੇ ਸੱਟ ਲੱਗ ਜਾਏਗੀ ਕੌਣ ਜ਼ਿੰਮੇਵਾਰ ਹੈ? ਅਤੇ ਮੈਂ ਕਿਹਾ ਮੈਂ ਜ਼ਿੰਮੇਵਾਰ, ਮੈਂ ਇੱਦਾਂ ਵੀ ਕਹਿ ਦਿੰਦੀ ਕਿ ਮੈਂ ਜ਼ਿੰਮੇਵਾਰ ਹੈ। ਅਤੇ ਮੈਂ ਕਿਹਾ ਮੇਰੀ ਗੱਲ ਸੁਣੋ, ਰੱਬ ਨਾ ਕਰੇ ਤੁਸੀਂ ਬਾਥਰੂਮ 'ਚ ਨਹਾਉਂਦੇ, ਤੁਹਾਡਾ ਪੈਰ ਸਲਿੱਪ ਕਰਕੇ ਇੰਜਰੀ ਹੋ ਜੇ, ਜੇ ਤੁਹਾਡੇ ਕਰਮਾਂ 'ਚ ਸੱਟ ਹੈਗੀ ਹੈ ਤਾਂ ਤੁਹਾਨੂੰ ਘਰ ਰਹਿ ਕੇ ਵੀ ਹੋ ਜਾਣੀ ਹੈ, ਅਤੇ ਜੇ ਨਹੀਂ ਹੈ ਤਾਂ ਤੁਸੀਂ ਕੁਛ ਵੀ ਕਰੋ, ਬਾਹਰ ਅੰਦਰ ਜਾਓ। ਮੈਂ ਕਿਹਾ ਇੱਦਾਂ ਨਹੀਂ ਹੁੰਦਾ ਜੀ। ਮਤਲਬ ਮੈਂ ਉਹਨਾਂ ਨੂੰ ਲੈਕਚਰ ਲਾਉਂਦੀ ਸੀ, ਉਹਨਾਂ ਦੇ ਪੇਰੈਂਟਸ ਨੂੰ ਸਮਝਾਉਂਦੀ ਸੀ। ਹੌਲੀ ਹੌਲੀ ਤੁਸੀਂ ਮੰਨੋ ਮੇਰੇ ਕੋਲ ਉੱਥੇ 200 ਕੁੜੀ ਟ੍ਰੇਨਿੰਗ ਕਰਦੀ ਸੀ, ਸਭ ਤੋਂ ਵਧੀਆ ਹੁਣ ਤੱਕ ਦਾ। ਉੱਥੇ ਪ੍ਰਗਟ ਸਿੰਘ ਜੀ ਵੀ ਆਏ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਉੱਥੇ ਬੱਚੇ ਇੰਟਰਨੈਸ਼ਨਲ ਦਾ ਵੀ ਲੜਕੀ ਨੀਰਜ ਬਾਲਾ ਜਿਹੜੀ ਜੂਨੀਅਰ ਵਰਲਡ ਚੈਂਪੀਅਨਸ਼ਿਪ ਖੇਡੀ ਸੀ, ਅਤੇ 3 ਲੜਕੀਆਂ ਮੇਰੀਆਂ ਇੰਡੀ ਕੈਂਪ 'ਚ ਨੈਸ਼ਨਲ। ਹਰ ਸਾਲ ਮੇਰੇ 8-10 ਬੱਚੇ ਨੈਸ਼ਨਲ ਜਾਂਦੇ ਹੁੰਦੇ ਸੀ। ਅਤੇ ਇਹ ਰਿਕਾਰਡ ਮੇਰਾ 2006 ਤੋਂ ਲੈ ਕੇ 12 ਤੱਕ ਕਿਉਂਕਿ ਮੇਰੀ 2006 ਤੋਂ ਲੈ ਕੇ 12 ਤੱਕ ਮੈਂ ਡੇਰਾ ਬਾਬਾ ਨਾਨਕ ਵਿੱਚ ਜੋਬ ਕੀਤੀ ਹੈ। ਉਸ ਤੋਂ ਬਾਅਦ ਮੈਂ ਐਜੂਕੇਸ਼ਨ ਡਿਪਾਰਟਮੈਂਟ ਜੁਆਇਨ ਕੀਤਾ ਪਠਾਨਕੋਟ। ਉੱਥੇ ਮੈਂ 3-4 ਮਹੀਨੇ ਲਗਾਏ, ਔਰ ਮੇਰੀ ਮੈਰਿਜ ਹੋ ਗਈ ਹੈ ਫਰੀਦਕੋਟ। ਮੈਂ ਫਰੀਦਕੋਟ ਗੌਰਮੈਂਟ ਮਿਡਲ ਸਕੂਲ ਪੱਕਾ ਵਿਖੇ 8 ਸਾਲ ਜੋਬ ਕੀਤੀ ਹੈ। ਉੱਥੇ ਮੈਂ ਬੱਚੇ ਮੇਰੇ ਕੋਲ ਸੀ ਸਿਰਫ 8ਵੀਂ ਤੱਕ ਦੇ ਬੱਚੇ ਸੀ ਸਰ। ਮੈਂ ਵਰਕ ਕੀਤਾ ਕਿਉਂਕਿ 6ਵੀਂ 'ਚ ਆਉਂਦੇ ਸੀ, 7ਵੀਂ 8ਵੀਂ ਤੱਕ ਮੈਂ ਤਿਆਰ ਕਰਦੀ ਸੀ, ਅਤੇ ਜਦੋਂ 9ਵੀਂ ਦੇ ਹੁੰਦੇ ਉਹ ਦੂਸਰੇ ਸਕੂਲ ਚਲੇ ਜਾਂਦੇ, ਅਤੇ ਉਹਨਾਂ ਦੀ ਗੇਮ ਜਿਹੜੀ ਸੀ ਕੰਟੀਨਿਊ ਨਹੀਂ ਸੀ ਹੁੰਦੀ। ਅਤੇ ਮੇਰਾ ਜਿਹੜਾ ਵਰਕ ਸੀ 3 ਸਾਲਾਂ ਦਾ
ਉਹ ਜ਼ੀਰੋ ਹੋ ਜਾਂਦਾ ਸੀ, ਕਿਉਂਕਿ ਫਿਰ ਨਵੇਂ ਸਾਲ ਤੋਂ ਪਰ ਬੱਚੇ ਉੱਥੇ ਮੇਰੇ ਸਟੇਟ ਲੈਵਲ ਤੱਕ ਹਰ ਸਾਲ ਮੇਰੇ 12-13 ਬੱਚੇ ਸਟੇਟ ਜ਼ਰੂਰ ਜਾਂਦੇ ਸੀ ਬਾਕਸਿੰਗ ਵਿੱਚ, ਕੁੜੀਆਂ ਵੀ ਅਤੇ ਮੁੰਡੇ ਵੀ। ਦੈਨ ਉਸ ਤੋਂ ਬਾਅਦ ਜੀ ਮੈਂ ਇੱਕ ਲੈਕਚਰਰ ਦਾ ਟੈਸਟ ਹੋਇਆ ਸੀ, ਉਹ ਲੈਕਚਰਰ ਦਾ ਟੈਸਟ ਕਲੀਅਰ ਕੀਤਾ ਅਤੇ ਮੈਨੂੰ ਇੱਥੇ ਜੀਰੇ ਵਿੱਚ ਆਉਣ ਦਾ ਮੌਕਾ ਮਿਲਿਆ। ਇੱਥੇ ਐਜ਼ ਏ ਲੈਕਚਰਰ ਮੈਂ ਜੁਆਇਨ ਕੀਤਾ ਫਿਜ਼ੀਕਲ ਐਜੂਕੇਸ਼ਨ। ਉਸ ਤੋਂ ਬਾਅਦ ਜੀ ਮੇਰੀ ਸਰ ਨਾਲ ਇੰਟਰੈਕਸ਼ਨ ਹੋਈ, ਪ੍ਰਿੰਸੀਪਲ ਸਰ ਨਾਲ ਮਿਲੇ, ਉਹਨਾਂ ਨੇ ਮੇਰੀਆਂ ਅਚੀਵਮੈਂਟ ਪੁੱਛੀਆਂ ਜਿਹੜੀਆਂ ਮੈਂ ਦਵਾਈਆਂ ਹੋਈਆਂ ਸੀ, ਕਿਉਂਕਿ ਸਰ ਹੁਣ ਤਾਂ ਇੰਨਾ ਸੋਸ਼ਲ ਮੀਡੀਆ ਆ ਗਿਆ ਕਿ ਮੈਂ ਬਹੁਤ ਕੰਮ ਕੀਤਾ ਪਰ ਮੈਂ ਕਦੀ ਵੀ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਬਹੁਤ ਕੰਮ ਕੀਤਾ। ਪਰ ਸਰ ਨੇ ਐਕਚੁਅਲ 'ਚ ਮੇਰੀਆਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹਨਾਂ ਨੂੰ ਜਾਣਿਆ, ਉਹਨੀਆਂ ਮੇਰੀਆਂ ਖੂਬੀਆਂ ਨੂੰ ਕੱਢਿਆ ਅਤੇ ਉਹਨਾਂ ਨੇ ਇੱਕ ਹੱਲਾਸ਼ੇਰੀ ਦਿੱਤੀ ਕਿ ਭੈਣ ਜੀ ਚਲੋ ਸ਼ੁਰੂ ਹੋ ਜਾਓ, ਤੁਸੀਂ ਕਰੋ ਅਤੇ ਅਸੀਂ ਤੁਹਾਡੇ ਨਾਲ ਹੈ ਨਾ। ਅਤੇ ਮਤਲਬ ਇੱਕ ਸਪੋਰਟ ਜਿੱਦਾਂ, ਕਿਉਂਕਿ ਐਜੂਕੇਸ਼ਨ 'ਚ ਇਹੀ ਹੈ ਕਿ ਇੱਕ ਸਪੋਰਟਿਵ ਪਰਸਨ ਜੇ ਤੁਹਾਨੂੰ ਜੁੜ ਜੇ ਅਤੇ ਤੁਹਾਡਾ ਨੈਚੁਰਲੀ ਉਹ ਕੰਮ ਤਾਂ ਮੈਂ ਪਿੱਛੇ ਵੀ ਕਰਦੀ ਸੀ, ਪਰ ਇੱਕ ਸਪੋਰਟ ਜਿਹੜੀ ਲੋੜ ਹੁੰਦੀ ਆ ਉਹਨੇ, ਕਿਉਂਕਿ ਤੁਹਾਨੂੰ ਪਤਾ ਬਾਕਸਿੰਗ ਬਹੁਤ ਮਹਿੰਗੀ ਗੇਮ ਹੈ ਅਤੇ ਇਹਦੇ ਲਈ ਇੰਨੇ ਇਕਵਿਪਮੈਂਟਸ ਬਹੁਤ ਮਹਿੰਗੇ। ਮਿਡਲ ਸਕੂਲ 'ਚ ਕੋਈ ਫੰਡ ਨਹੀਂ ਸੀ, ਇਸ ਕਰਕੇ ਉੱਥੇ ਬੱਚੇ ਉੱਥੇ ਗਿਆ। ਹਾਂ ਮੈਂ ਉੱਥੇ ਕੀਤਾ ਆਪਣੇ ਪੈਸੇ 'ਤੇ, ਮਤਲਬ ਗਲਵਜ਼ ਲੈ ਕੇ ਦਿੰਦੀ ਸੀ ਬੱਚਿਆਂ ਨੂੰ, ਜੋ ਮੇਰੇ ਕੋਲ ਹੋ ਸਕਦਾ ਹੀ ਮੈਂ ਕਰਦੀ ਸੀ ਆਪਣੇ ਲੈਵਲ 'ਤੇ, ਕਿਉਂਕਿ ਮੈਨੂੰ ਵੀ ਹੁੰਦਾ ਕਿ ਮੈਨੂੰ ਗੇਮ ਨੇ ਇੰਨਾ ਕੁਛ ਦਿੱਤਾ, ਮੈਂ ਇਸ ਗੇਮ ਲਈ ਜ਼ਰੂਰ ਕੁਛ ਕਰਾਂ। ਦੈਨ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਸਰ ਜੁਆਇਨ ਕੀਤਾ, ਸਰ ਨੇ ਹੱਲਾਸ਼ੇਰੀ ਦਿੱਤੀ, ਬੱਚੇ ਆਪਾਂ ਔਨਲਾਈਨ ਹੀ ਜੋੜ ਲਏ ਸੀ। ਮੈਂ ਮਈ 2021 'ਚ ਜੁਆਇਨ ਕੀਤਾ, ਮਈ ਮਹੀਨੇ। ਉਸ ਟਾਈਮ ਕਰੋਨਾ ਕਾਲ ਦਾ ਟਾਈਮ ਚੱਲ ਰਿਹਾ ਸੀ ਅਤੇ ਸਰ ਕਹਿੰਦੇ ਕਿ ਤੁਸੀਂ ਕੀ ਕਰ ਸਕਦੇ ਹੋ। ਮੈਂ ਕਿਹਾ ਸਰ ਆਪਾਂ ਔਨਲਾਈਨ ਕਲਾਸਿਸ ਸ਼ੁਰੂ ਕਰਦੇ ਹਾਂ। ਮੈਂ ਔਨਲਾਈਨ ਇਹਨਾਂ ਦੀ ਫਿਟਨੈਸ ਕਲਾਸਿਸ ਸ਼ੁਰੂ ਕੀਤੀਆਂ, ਜਿਹਦੇ ਵਿੱਚ ਮੈਂ ਯੋਗਾ, ਭੰਗੜਾ, ਡਾਂਸ, ਮਿਊਜ਼ਿਕ ਵਗੈਰਾ ਇਹਨਾਂ ਨਾਲ ਡੇਲੀ 1 ਮਹੀਨਾ ਜੁੜੀ ਰਹੀ, ਜਿਹਦੇ ਨਾਲ ਮੈਨੂੰ ਇੱਕ ਲੜਕੀ ਦਾ ਨਾਮ ਯਾਦ ਹੋਇਆ, ਚਾਹਤ, ਕਿ ਜਿਹਦੀਆਂ ਮੂਵਮੈਂਟਸ, ਕਿਉਂਕਿ ਉਹ ਇੱਕਦਮ ਚੱਲਦਾ, ਕਿਉਂਕਿ ਮੈਂ ਆਪ ਕਰਦੀ ਪਈ ਹਾਂ, ਮੈਂ ਦੇਖ ਨਹੀਂ ਸਕਦੀ, ਪਰ ਇੱਕ ਬੱਚਾ ਜਿਵੇਂ ਕਿ ਇੱਕ ਕੋਚ ਨੂੰ ਰਾਹ ਮਿਲ ਗਿਆ, ਮਤਲਬ ਹੀਰਾ ਮਿਲ ਗਿਆ ਕਿ ਨਹੀਂ ਇਹਨਾਂ ਬੱਚਿਆਂ 'ਚ ਵੀ ਪੋਟੈਂਸ਼ੀਅਲ ਹੈ, ਇਹ ਬੱਚੇ ਕਰ ਸਕਦੇ ਆ। ਕਿਉਂਕਿ ਇਹ ਵੀ ਇੱਕ ਸਰ ਬੈਕਵਰਡ ਏਰੀਆ ਸਪੋਰਟਸ ਪੱਖੋਂ, ਕਿਉਂਕਿ ਮੈਂ ਨਹੀਂ ਵੇਖਿਆ ਕਿ ਇੱਥੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਸਪੈਸ਼ਲੀ ਗੇਮ ਕਰਵਾਈ ਜਾਂਦੀ ਹੈ। ਅਤੇ ਮੈਂ ਜਦੋਂ ਚਾਹਤ ਨੂੰ ਵੇਖਿਆ ਅਤੇ ਮੇਰੇ ਮਨ 'ਚ ਇੱਕ ਆਸ ਜਾਗੀ। ਮੈਂ, ਮੇਰੇ ਹਸਬੈਂਡ ਆਪਾਂ ਡੇਲੀ ਡਿਸਕਸ ਕਰਨੇ ਆ ਹਰ ਚੀਜ਼ ਨੂੰ, ਕਿਉਂਕਿ ਉਹ ਵੀ ਕੋਚ ਹੈ, ਅਤੇ ਹਰ ਪੱਖੋਂ ਆਪਾਂ, ਚਾਹੇ ਟ੍ਰੇਨਿੰਗ ਹੈ, ਖੁਰਾਕ ਹੈ, ਕੁਛ ਵੀ ਹੈ, ਪ੍ਰੋਬਲਮਸ ਹੈ ਇਹਨਾਂ ਦੇ ਬੱਚਿਆਂ ਦੇ, ਉਹ ਸਾਰੇ ਡਿਸਕਸ ਕਰਦੇ ਆ। ਅਤੇ ਆਪਾਂ ਡਿਸਕਸ ਕੀਤਾ ਕਿ ਲਕਸ਼ਮੀ ਟੈਲੈਂਟ ਹੈ ਬੱਚਿਆਂ 'ਚ, ਕਰ ਸਕਦੇ ਆ ਬਾਕਸਿੰਗ। ਅਤੇ ਮੈਨੂੰ ਤਾਂ ਸਰ ਪਹਿਲਾਂ ਤਾਂ ਇਹੀ ਹੁੰਦਾ ਕਿ ਪੇਰੈਂਟਸ ਮੋਸਟਲੀ ਇਹ ਹੁੰਦੇ ਕਿ ਮੈਡਮ ਇੰਜਰੀ ਨਾ ਹੋ ਜਾਏ, ਅਤੇ ਉਹ ਕਿਤੇ ਨਾ ਕਿਤੇ ਆਪਣੇ ਮਨ 'ਚ ਵੀ ਡਰ ਹੈ ਕਿ ਇਹ ਰੱਬ ਕਿਤੇ ਇੰਜਰੀ ਨਾ ਹੋ ਜਾਏ, ਅਤੇ ਉਹ ਕਿਤੇ ਨਾ ਕਿਤੇ ਆਪਾਂ ਵੀ ਨੈਗੇਟਿਵ ਚੱਲਿਆ। ਪਰ ਇੱਕ ਕੋਚ ਦਾ ਜਿਹੜਾ ਪੱਖ ਸਭ ਤੋਂ ਪਹਿਲਾਂ ਪੋਜ਼ੀਟਿਵ, ਕਿ ਉਹਨੂੰ ਪੋਜ਼ੀਟਿਵ ਹੋਣਾ ਬੜਾ ਜ਼ਰੂਰੀ ਹੈ। ਫਿਰ ਜੀ ਆਪਾਂ ਜੀ ਸਕੂਲ ਖੁੱਲ੍ਹੇ ਆ, ਆਪਾਂ ਜੀ ਜੁਲਾਈ ਮਹੀਨੇ ਸ਼ੁਰੂ ਕੀਤੀ ਹੈ ਸਰ ਟ੍ਰੇਨਿੰਗ ਇੱਥੇ, ਮਤਲਬ ਫਿਜ਼ੀਕਲੀ ਆਮਣੇ ਸਾਹਮਣੇ ਜਦੋਂ ਬੱਚਿਆਂ ਦੇ ਹੋਇਆ। ਅਤੇ ਉਸ ਟਾਈਮ 'ਤੇ 120-130 ਬੱਚੇ ਸੀ ਆਪਣੇ ਕੋਲ ਜਦੋਂ ਟ੍ਰੇਨਿੰਗ ਸ਼ੁਰੂ ਕੀਤੀ ਹੈ, ਕਿਉਂਕਿ ਬੱਚਿਆਂ ਨੂੰ ਸੀ ਕਿ ਮਿਊਜ਼ਿਕ ਹੁੰਦਾ, ਐਕਸਰਸਾਈਜ਼ ਹੁੰਦੀ ਹੈ, ਫਿਟਨੈਸ ਹੋ ਰਹੀ ਹੈ, ਉਹ ਇੱਥੇ ਤੱਕ ਸੀਮਤ ਸੀ। ਪਰ ਮੇਰਾ ਜਿਹੜਾ ਸੋਚ ਲੈਵਲ ਸੀ ਕਿ ਮੈਂ ਬੱਚਿਆਂ ਨੂੰ ਨੈਸ਼ਨਲ, ਇੰਟਰਨੈਸ਼ਨਲ ਲੈਵਲ ਤੱਕ ਲੈ ਜਾਏਗਾ। ਫਿਰ ਜੀ ਮੈਂ ਇਹਨਾਂ 'ਚ ਛਾਂਟੀ ਮਾਰਨਾ ਸ਼ੁਰੂ ਕੀਤੀ ਕਿ ਜਿਹੜੇ ਬੱਚੇ ਬਾਕਸਿੰਗ ਕਰਨਾ ਚਾਹੁੰਦੇ ਆ ਉਹ ਇੱਕ ਸਾਈਡ 'ਤੇ ਆ ਜਾਓ। ਅਤੇ ਇੱਕ ਵਾਰੀ ਜਿਹੜੀਆਂ 40-50 ਕੁੜੀਆਂ ਸੀ ਸਾਈਡ 'ਤੇ ਆ ਗਈਆਂ। ਚਲੋ ਜੀ ਮੈਂ ਇਹਨਾਂ ਨੂੰ ਹੌਲੀ ਹੌਲੀ ਟ੍ਰੇਨ ਕੀਤਾ। ਇਹਨਾਂ ਨੂੰ ਪਹਿਲਾਂ ਮੈਂ ਸੁਬਾਹ ਕਰਾਉਂਦੀ ਸੀ 2 ਘੰਟੇ, ਫਿਰ ਸ਼ਾਮ ਨੂੰ ਮੈਂ ਇਹਨਾਂ ਦੇ 2 ਘੰਟੇ ਸ਼ੁਰੂ, ਕਿਉਂਕਿ ਕੋਚਿੰਗ ਲਈ ਸਰ ਜੇ ਤੁਸੀਂ ਕਹੋ ਕਿ ਸਕੂਲ ਟਾਈਮ ਕੋਚਿੰਗ ਕਰੀਏ ਅਤੇ ਅੱਛੇ ਰਿਜ਼ਲਟ ਹੈ, ਉਹ ਨਹੀਂ ਹੋ ਸਕਦਾ। ਇਹਦੇ ਲਈ ਪ੍ਰੋਪਰ 2 ਘੰਟੇ ਸੁਬਾਹ, 2 ਘੰਟੇ ਸ਼ਾਮ। ਫਿਰ ਮੇਰੇ ਨਾਲ ਮੇਰੇ ਕੁਲੀਗ ਹੈ DP ਪਰਮਜੀਤ ਸਿੰਘ ਜੀ, ਉਹਨਾਂ ਨੂੰ ਮੈਂ ਕਿਹਾ ਕਿ ਇੱਕ ਟਾਈਮ ਤੁਸੀਂ ਕਰਾਓ, ਇੱਕ ਟਾਈਮ ਮੈਂ ਕਰਵਾਉਂਦੀ ਹਾਂ। ਮੇਨ ਮੇਰਾ ਬਾਕਸਿੰਗ ਦਾ ਟਾਰਗੇਟ ਹੈ, ਇਸ ਕਰਕੇ ਮੈਂ ਟੈਕਨੀਕਲੀ ਵਰਕ ਹੀ ਕਰਵਾਉਂਗੀ ਬਾਕਸਿੰਗ, ਹੈ ਤੁਸੀਂ ਫਿਟਨੈਸ ਕਰਾਓ। ਉਹਨਾਂ ਨੂੰ ਮੈਂ ਸ਼ਡਿਊਲ ਦੇ ਦਿੰਦੀ ਹਾਂ, ਉਹ ਸਵੇਰੇ ਫਿਟਨੈਸ ਵਰਕ ਕਰਵਾਉਂਦੇ ਆ, ਸ਼ਾਮ ਨੂੰ ਮੈਂ ਬਾਕਸਿੰਗ ਨਾਲ ਰਿਲੇਟਡ ਆਪਣਾ 2-2.5 ਘੰਟੇ ਆਪਾਂ ਉਹ ਟੈਕਨੀਕਲ ਵਰਕ ਕਰਵਾਉਂਦੇ ਹਾਂ। ਉਹਦੇ ਨਾਲ ਇਹ ਹੋਇਆ ਕਿ ਸਾਡੇ ਬੱਚੇ ਸਟੇਟ ਖੇਡਣ ਦੇ ਯੋਗ ਹੋ ਗਏ, ਅਤੇ ਆਪਾਂ ਲਾਸਟ ਫਰਵਰੀ 'ਚ ਸਟੇਟ ਖੇਡ ਕੇ ਆਏ ਹਾਂ ਸਰ, ਜਿਹਦੇ ਵਿੱਚ ਮੇਰੇ ਸਕੂਲ ਦੀਆਂ ਇਤਿਹਾਸ ਵਿੱਚ ਪਹਿਲੀ ਵਾਰੀ 32 ਕੁੜੀਆਂ ਨੇ ਭਾਗ ਲਿਆ, ਔਰ ਜਿਹਦੇ ਵਿੱਚ ਸਾਡਾ 1 ਗੋਲਡ, 4 ਸਿਲਵਰ ਔਰ 5 ਬ੍ਰੌਂਜ਼ ਮੈਡਲ ਆਏ ਆ, ਟੋਟਲ 10 ਮੈਡਲ ਆਏ ਆ। ਔਰ ਇੱਕ ਲੜਕੀ ਸਾਡੀ ਮਨਪ੍ਰੀਤ ਕੌਰ, ਜਿਹੜੀ ਕਿ ਕਰਨਾਟਕਾ ਬਲੇਰੀ ਵਿਖੇ ਨੈਸ਼ਨਲ ਹੋਈ ਆ, ਉੱਥੇ ਭਾਗ ਲੈ ਕੇ ਆਈ ਹੈ। ਸਰ ਪਹਿਲਾਂ ਤਾਂ ਮੈਂ ਰਿੰਗ ਦੀ ਗੱਲ ਕਰਦੀ ਹਾਂ, ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ, ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਪ੍ਰਿੰਸੀਪਲ ਸਰ ਦਾ, ਕਿ ਜਿਨ੍ਹਾਂ ਨੇ ਮੇਰੇ ਕਹਿਣ 'ਤੇ ਐਡਾ ਵੱਡਾ ਇਨੀਸ਼ੀਏਟਿਵ ਲਿਆ। ਉਹਨਾਂ ਨੇ ਡਿਪਾਰਟਮੈਂਟ ਨੂੰ ਕਹਿ ਕੇ ਕੁਛ ਆਪਣੇ ਕੋਲੋਂ ਦੀ ਸਾਰਿਆਂ ਦੀ ਮਦਦ ਲੈ ਕੇ ਇਹ ਰਿੰਗ ਸਥਾਪਿਤ ਕੀਤਾ, ਕਿਉਂਕਿ ਸਰ ਪੂਰੇ ਪੰਜਾਬ 'ਚ ਨਾ ਤਾਂ ਇੱਦਾਂ ਦਾ ਹਾਲ ਹੈ ਔਰ ਨਾ ਹੀ ਇੱਦਾਂ ਦਾ ਰਿੰਗ ਹੈ ਜਿਹੜਾ ਕਿ ਇੰਟਰਨੈਸ਼ਨਲ ਸਟੈਂਡਰਡ ਦੀ ਡਿਮੈਂਸ਼ਨ ਦਾ ਬਣਿਆ ਹੋਇਆ ਹੈ। ਅਤੇ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਸਰ ਦਿਲੋਂ ਧੰਨਵਾਦ ਕਰਦੀ ਹਾਂ। ਇਹਦੇ ਨਾਲ ਇਹ ਨਹੀਂ ਕਿ ਉਹਨਾਂ ਨੇ ਇਹ ਕੀਤਾ, ਇਕਵਿਪਮੈਂਟਸ ਵੀ ਜਿੰਨੇ ਵੀ ਦੇਖੋ, ਜਿੰਨੇ ਸਰ ਬੈਗਸ ਵਗੈਰਾ ਲੱਗੇ ਹੈ, ਬੋਲ ਲੱਗਿਆ, ਸਾਰੇ ਸਰ ਦੀ ਸਦਕੇ ਹੀ ਹੈ। ਬਸ ਮੈਂ ਤਾਂ ਸਰ ਨਾਲ ਇਹ ਕਿ ਮੈਂ ਮਿਹਨਤ ਕਰ ਸਕਦੀ ਹਾਂ, ਮੈਂ ਸਿਰਫ ਮਿਹਨਤ ਕਰ ਸਕਦੀ ਹਾਂ, ਕਰਵਾ ਸਕਦੀ ਹਾਂ, ਅਤੇ ਉਹ ਕੰਮ ਕਰ। ਪਰ ਇਹ ਸਾਰੀਆਂ ਚੀਜ਼ਾਂ ਵੀ ਬਹੁਤ ਜ਼ਰੂਰੀ ਸੀ।
ਉਸ ਹਿਸਾਬ ਨਾਲ ਸਰ ਬੱਚੇ ਮੇਰੇ ਬਹੁਤ ਵਧੀਆ, ਜਿੰਨੀ ਵਿਚਾਰਿਆਂ ਦੀ ਸ਼ਮਤਾ ਉਸ ਤੋਂ ਵੱਧ ਵਰਕ ਕਰਦੇ ਹੈਗੇ ਆ। ਸਰ ਇੱਕ ਕਮੀ ਰਹਿ ਗਈ ਹੈ ਡਾਈਟ ਦੀ, ਜਿਹੜੀ ਡਾਈਟ ਕਰਕੇ ਥੋੜ੍ਹੀਆਂ ਜਿਹੀਆਂ ਵੀਕ ਹੋ ਰਹੀਆਂ, ਕਿਉਂਕਿ ਇਹਨਾਂ ਦਾ ਜਿਹੜਾ ਬੈਕਗਰਾਉਂਡ ਹੈ ਸਾਡਾ ਬਹੁਤ ਵਧੀਆ ਸੀ ਸਰ ਖਾਣ ਪੀਣ ਪੱਖੋਂ, ਪਰ ਇਹਨਾਂ ਦਾ ਬੱਚਿਆਂ ਦਾ ਬੈਕਗਰਾਉਂਡ ਥੋੜ੍ਹਾ ਜਿਹਾ ਮਾੜਾ ਹੈ, ਜਿਹਨਾਂ ਕਰਕੇ ਇਹ ਪ੍ਰੋਪਰ ਡਾਈਟ ਨਹੀਂ ਮਿਲ ਰਹੀ, ਜਿਸ ਕਰਕੇ ਵੀਕ ਉਹਦੇ ਕਰਕੇ। ਪਰ ਟ੍ਰੇਨਿੰਗ ਪੱਖੋਂ ਜਾਂ ਡੈਡੀਕੇਸ਼ਨ ਪੱਖੋਂ ਇਹ ਬਹੁਤ ਹੀ ਵਧੀਆ ਬੱਚੇ ਹੈਗੇ ਆ, ਅਤੇ ਜਿਨ੍ਹਾਂ ਕਰਕੇ ਸੱਚੀ ਮੈਂ ਇੱਥੋਂ 1.5 ਕਿਲੋਮੀਟਰ ਜਾਂਦੀ ਹਾਂ, ਮਤਲਬ 1.5 ਘੰਟਾ ਇੱਥੋਂ ਬੱਸ 'ਤੇ ਜਾਂਦੀ ਹਾਂ ਔਰ 1.5 ਘੰਟਾ ਬੱਸ 'ਤੇ ਆਉਂਦੀ ਹਾਂ। ਸਿਰਫ ਇਹਨਾਂ ਦੇ ਬੱਚਿਆਂ ਦੇ ਜਦੋਂ ਮੂੰਹ ਦੇਖ ਲੈਂਦੀ ਹਾਂ ਕਿ ਇਹ ਖੁਸ਼ ਹੈ ਟ੍ਰੇਨਿੰਗ ਲਈ, ਅਤੇ ਮੇਰੀ ਜਿਹੜੀ ਉਹ ਥਕਾਵਟ ਹੈ ਮੈਨੂੰ ਭੁੱਲ ਜਾਂਦੀ। ਮੈਨੂੰ ਲੱਗਦਾ ਕਿ ਮੈਂ ਆਪਣੇ ਬੱਚੇ ਨੂੰ ਵੀ ਨਹੀਂ ਇੰਨਾ ਪਿਆਰ ਕਰਦੀ ਜਿੰਨਾ ਮੈਂ ਇਹਨਾਂ ਬੱਚਿਆਂ ਨੂੰ ਪਿਆਰ ਕਰਦੀ ਹੈਗੀ ਹਾਂ। ਸਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੱਚੇ ਸਪੋਰਟਸ ਵਿੱਚ ਬਹੁਤ ਸਕੋਪ ਹੈ ਸਰ। ਤੁਸੀਂ ਲਾ ਕੇ ਮੈਰੀ ਕੋਮ ਦੇਖ ਲਓ ਸਰ, ਬਿਨਾਂ ਕੋਈ ਕੰਪੀਟੀਸ਼ਨ ਤੋਂ ਅੱਜ ਉਹ ਵਿਧਾਨ ਸਭਾ 'ਚ MP ਹੈਗੀ ਹੈ, ਬਿਨਾਂ ਕੰਪੀਟੀਸ਼ਨ ਤੋਂ, ਡੂ ਟੂ ਸਿਰਫ ਸਪੋਰਟਸ ਕਰਕੇ। ਅਤੇ ਸਪੋਰਟਸ ਕਰਕੇ ਬੇਟਾ ਤੁਹਾਨੂੰ ਜੋਬਸ ਹੈ, ਤੁਹਾਡਾ ਦੁਨੀਆ 'ਚ ਨਾਮ ਹੈ, ਤੁਹਾਡਾ ਇਤਿਹਾਸ ਲਿਖਿਆ ਜਾਣਾ, ਤੁਹਾਨੂੰ ਲੋਕਾਂ ਨੇ ਤੁਹਾਡੇ ਜਾਣ ਤੋਂ ਬਾਅਦ ਵੀ ਯਾਦ ਕਰਨਾ, ਔਰ ਇੰਨਾ ਇੱਜ਼ਤ ਮਾਨ ਸਨਮਾਨ ਹੈ ਬੇਟਾ। ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਹਰ ਪੇਰੈਂਟਸ ਨੂੰ, ਬੱਚਿਆਂ ਨੂੰ, ਕਿ ਜ਼ਰੂਰ ਬੱਚਿਆਂ ਨੂੰ ਗੇਮ ਕਰਾਓ। ਮੇਰਾ ਦੇਖੋ, ਮੇਰੀ ਜੋ ਪਛਾਣ ਹੈ ਸਿਰਫ ਗੇਮ ਕਰਕੇ। ਪੜ੍ਹਾਈ ਵੀ ਜ਼ਰੂਰੀ ਹੈ, ਪਰ ਜੇ ਤੁਸੀਂ ਗੇਮ ਵੀ ਨਾਲ ਕਰਾਓ ਤਾਂ ਉਹ ਸੋਨੇ 'ਤੇ ਸੁਹਾਗੇ ਵਰਗੀ ਗੱਲ ਹੋ ਜਾਂਦੀ ਹੈ। ਹੁਣ ਮੈਂ ਅੰਤ ਵਿੱਚ ਹਾਂਜੀ ਪੰਜਾਬ ਚੈਨਲ ਦਾ ਬਹੁਤ ਹੀ ਧੰਨਵਾਦ ਕਹਿੰਦੀ ਹਾਂ, ਜਿਨ੍ਹਾਂ ਨੇ ਇੰਨਾ ਵੱਡਾ ਇਨੀਸ਼ੀਏਟਿਵ ਲੈ ਕੇ ਮੈਨੂੰ ਤੁਹਾਡੇ ਰੂਬਰੂ ਕੀਤਾ। ਥੈਂਕ ਯੂ ਅਗੇਨ।